ਪੰਜਾਬ 'ਚ ਕਰੋਨਾ ਨੂੰ ਲੈ ਕੇ ਨਵੇਂ ਨਿਯਮ ਕੀ ਜਾਰੀ ਕੀਤੇ ਗਏ ਨੇ। ਪੰਜਾਬ ਸਰਕਾਰ ਦੀਆਂ 4 ਸਾਲ ਦੀਆਂ ਪ੍ਰਾਪਤੀਆਂ ਤੇ ਸਾਰੀਆਂ ਪਾਰਟੀਆਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਕੈਪਟਨ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ। ਕੀ ਕੁਝ ਨਿਕਲਿਆ ਹੈ ਉਹ ਵੀ ਦੱਸਾਂਗੇ। ਕੈਪਟਨ ਸਾਹਿਬ ਨੇ ਦਾਅਵਾ ਕੀਤਾ ਕਿ ਜਿੰਨੇ ਕੰਮ ਅਸੀਂ ਕੀਤੇ ਨੇ ਦੇਸ਼ ਦੇ ਵਿੱਚ ਕਿਸੇ ਨੇ ਨਹੀਂ ਕੀਤੇ। ਸਪੈਸ਼ਲ ਨਿਊਜ਼ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਸ਼ਰਨ ਕੌਰ। ਪੰਜਾਬ ਦੇ ਵਿੱਚ ਕਰੋਨਾ ਦੇ ਮਾਮਲੇ ਵਧਣ ਤੋਂ ਚਿੰਤਤ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਨਾਲ ਸਭ ਤੋਂ ਵੱਧ ਪ੍ਰਭਾਵਿਤ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ 18 ਮਾਰਚ ਤੋਂ ਕਰਫਿਊ ਦਾ ਸਮਾਂ ਬਦਲ ਦਿੱਤਾ ਹੈ। ਹੁਣ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਰਾਤ ਦਾ ਕਰਫਿਊ ਰਾਤ ਨੂੰ 11 ਵਜੇ ਤੋਂ ਨਹੀਂ ਬਲਕਿ 9 ਵਜੇ ਤੋਂ ਹੀ ਸ਼ੁਰੂ ਹੋ ਜਾਏਗਾ। ਇਹ ਕਰਫਿਊ ਰਾਤ 9 ਵਜੇ ਤੋਂ ਸ਼ੁਰੂ ਹੋ ਕੇ ਸਵੇਰੇ 5 ਵਜੇ ਤੱਕ ਰਹੇਗਾ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਰਾਤ ਦੇ ਕਰਫਿਊ ਦਾ ਸਮਾਂ ਵਧਾਇਆ ਗਿਆ ਹੈ ਉਹ ਨੇ ਲੁਧਿਆਣਾ, ਜਲੰਧਰ, ਪਟਿਆਲਾ, ਮੋਹਾਲੀ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਗੁਰਦਾਸਪੁਰ, ਕਪੂਰਥਲਾ ਤੇ ਰੂਪਨਗਰ। ਇਸ ਦੇ ਨਾਲ ਹੀ ਅੰਮ੍ਰਿਤਸਰ ਪ੍ਰਸ਼ਾਸਨ ਨੇ ਵੀ ਜ਼ਿਲ੍ਹੇ ਦੇ ਵਿੱਚ ਨਾਈਟ ਕਰਫਿਊ ਲਾਉਣ ਦਾ ਫੈਸਲਾ ਲਿਆ। ਅੰਮ੍ਰਿਤਸਰ ਦੇ ਵਿੱਚ ਵੀ ਰਾਤ ਨੂੰ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫਿਊ ਲੱਗੇਗਾ ਤੇ ਲੋਕ ਘਰਾਂ ਦੇ ਵਿੱਚੋਂ ਬਾਹਰ ਨਹੀਂ ਆ ਸਕਦੇ। ਰੂਪਨਗਰ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਵੀ ਇੱਕ ਨਵਾਂ ਐਲਾਨ ਕਰ ਦਿੱਤਾ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਮਨਾਉਣ ਆਉਣ ਵਾਲੇ ਲੋਕਾਂ ਨੂੰ ਆਪਣੇ ਨਾਲ ਕੋਵਿਡ ਦੀ ਨੈਗੇਟਿਵ ਰਿਪੋਰਟ ਲਿਆਉਣੀ ਪਵੇਗੀ। ਡੀਸੀ ਦੇ ਮੁਤਾਬਿਕ ਹਰ ਇੱਕ ਸ਼ਰਧਾਲੂ ਦੇ ਲਈ ਹੋਲੇ ਮਹੱਲੇ ਤੇ ਆਉਣ ਦੇ ਲਈ ਕੋਵਿਡ ਦੀ ਨੈਗੇਟਿਵ ਰਿਪੋਰਟ ਲਿਆਉਣੀ ਪਵੇਗੀ ਤਾਂ ਹੀ ਉਹਨਾਂ ਨੂੰ ਹੋਲੇ ਮਹੱਲੇ ਦੇ ਵਿੱਚ ਐਂਟਰੀ ਦੀ ਇਜਾਜ਼ਤ ਮਿਲੇਗੀ। ਹੋਲਾ ਮਹੱਲਾ 24 ਮਾਰਚ ਤੋਂ 26 ਮਾਰਚ ਤੱਕ ਕੀਰਤਪੁਰ ਸਾਹਿਬ ਵਿਖੇ ਅਤੇ 27 ਮਾਰਚ ਤੋਂ 29 ਮਾਰਚ ਤੱਕ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਸੋਨਾਲੀ ਗਿਰੀ ਨੇ ਦੱਸਿਆ ਕਿ ਲਗਾਤਾਰ ਕੋਵਿਡ ਦੇ ਕੇਸਾਂ ਵਿੱਚ ਰੂਪਨਗਰ ਜ਼ਿਲ੍ਹੇ ਦੇ ਵਿੱਚ ਵਾਧਾ ਹੋ ਰਿਹਾ ਹੈ। ਇਸ ਕਰਕੇ ਲੋਕਾਂ ਤੇ ਇਹ ਹਦਾਇਤ ਹੈ ਜਿਹੜੀ ਉਹ ਲਾਈ ਗਈ ਹੈ, ਇਹ ਰੋਕ ਲਾਈ ਗਈ ਹੈ। ਡੀਸੀ ਮੁਤਾਬਿਕ ਰੋਪੜ ਜ਼ਿਲ੍ਹੇ ਵਿੱਚ ਵੀ ਕਰੋਨਾ ਦੇ ਕੇਸ ਲਗਾਤਾਰ ਵੱਧ ਰਹੇ ਨੇ ਤੇ ਕਰੋਨਾ ਦਾ ਰਿਕਵਰੀ ਰੇਟ ਵੀ ਘਟ ਕੇ 86% ਰਹਿ ਗਿਆ। ਡੀਸੀ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਹੋਲੇ ਮਹੱਲੇ ਤੇ ਆਉਣ ਵਾਲੇ ਲੋਕ ਆਪਣੇ ਨਾਲ 72 ਘੰਟੇ ਪੁਰਾਣੀ ਕੋਵਿਡ ਦੀ ਨੈਗੇਟਿਵ ਰਿਪੋਰਟ ਲੈ ਕੇ ਆਉਣ ਤਾਂ ਹੀ ਲੋਕਾਂ ਨੂੰ ਮੇਲੇ ਦੇ ਵਿੱਚ ਐਂਟਰੀ ਮਿਲੇਗੀ। ਲੰਘੇ 24 ਘੰਟਿਆਂ ਦੌਰਾਨ ਰੂਪਨਗਰ ਜ਼ਿਲ੍ਹੇ ਵਿੱਚ 109 ਵਿਅਕਤੀ ਕਰੋਨਾ ਪੋਜ਼ਿਟਿਵ ਪਾਏ ਗਏ ਨੇ। 39 ਵਿਅਕਤੀ ਠੀਕ ਵੀ ਹੋਏ ਨੇ ਜਦਕਿ 2 ਦੀ ਮੌਤ ਹੋ ਗਈ ਹੈ। ਸੋ ਹੋਲਾ ਮਹੱਲਾ 'ਚ ਸ਼ਾਮਿਲ ਹੋਣ ਵਾਲੇ ਲੋਕਾਂ ਲਈ ਤਾਂ ਕੋਵਿਡ ਦੀ ਨੈਗੇਟਿਵ ਰਿਪੋਰਟ ਲਾਜ਼ਮੀ ਕਰ ਦਿੱਤੀ ਗਈ ਹੈ ਜਦਕਿ ਹਰਿਦੁਆਰ ਦੇ ਕੁੰਭ ਦੇ ਵਿੱਚ ਜਾਣ ਵਾਲਿਆਂ ਲਈ ਕਰੋਨਾ ਜਾਂਚ ਰਿਪੋਰਟ ਲਿਆਉਣ ਦੀ ਕੋਈ ਲੋੜ ਹੀ ਨਹੀਂ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਕਿਹਾ ਕਿ ਕੁੰਭ ਮੇਲੇ 'ਚ ਆਉਣ ਵਾਲਿਆਂ ਲਈ ਕੋਵਿਡ-19 ਦੀ ਨੈਗੇਟਿਵ ਰਿਪੋਰਟ ਲਿਆਉਣਾ ਜ਼ਰੂਰੀ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਲੋਕ 12 ਸਾਲ ਇਸ ਮੇਲੇ ਦੇ ਲੱਗਣ ਦਾ ਇੰਤਜ਼ਾਰ ਕਰਦੇ ਨੇ। ਇਸ ਕਰਕੇ ਅਜਿਹਾ ਮਾਹੌਲ ਨਹੀਂ ਬਣਾਉਣਾ ਚਾਹੀਦਾ ਕਿ ਕੁੰਭ ਦੇ ਮੇਲੇ 'ਚ ਆਉਣ ਨਾਲ ਪਤਾ ਨਹੀਂ ਕੀ ਹੋ ਜਾਏਗਾ। ਇਹ ਭਾਵਨਾਤਮਕ ਵਿਸ਼ਾ ਹੈ। ਇਸ ਲਈ ਕੋਵਿਡ-19 ਮਹਾਮਾਰੀ ਨੂੰ ਰੋਕਣ ਲਈ ਗਾਈਡਲਾਈਨਸ ਦੀ ਪਾਲਣਾ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ ਪਰ ਲੋਕਾਂ ਨੂੰ ਹਰਿਦੁਆਰ ਕੁੰਭ ਦੇ ਵਿੱਚ ਬੇਰੋਕ ਟੋਕ ਆਉਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੇਲਾ ਇਕੱਲੇ ਉੱਤਰਾਖੰਡ ਦਾ ਨਹੀਂ ਹੈ। ਮੇਲੇ ਵਿੱਚ ਲੱਖਾਂ ਲੋਕ ਆਉਣਗੇ। ਕਿਸ ਦੀ ਅਸੀਂ ਜਾਂਚ ਕਰਾਂਗੇ। ਸਿਟੀ ਬਿਊਟੀਫੁਲ ਅਤੇ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਕੋਵਿਡ ਦੇ ਵੱਧ ਰਹੇ ਕੇਸਾਂ ਦੀ ਗਿਣਤੀ ਨੂੰ ਵੇਖਦਿਆਂ ਪ੍ਰਸ਼ਾਸਨ ਨੇ 6 ਕੰਟੇਨਮੈਂਟ ਜ਼ੋਨ ਐਲਾਨ ਦਿੱਤੇ ਨੇ। ਇਹਦੇ ਵਿੱਚ ਸੈਕਟਰ 15, 29, 33B, 38B, 44D ਤੇ 49A ਦੇ 94 ਘਰ ਸ਼ਾਮਲ ਨੇ। ਇਹ ਹੁਕਮ ਯੂਟੀ ਦੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਦਿੱਤੇ ਨੇ। ਉਹਨਾਂ ਕਿਹਾ ਕਿ ਜਿਨ੍ਹਾਂ ਇਲਾਕਿਆਂ ਵਿੱਚ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵਧੇਗੀ ਉਹਨਾਂ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਜਾਵੇਗਾ। 17 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਣ ਵਾਲੀ ਬੈਠਕ ਦੇ ਵਿੱਚ ਪ੍ਰਸ਼ਾਸਕ VP ਸਿੰਘ ਬਦਨੌਰ ਨੇ ਵੀ ਹਿੱਸਾ ਲਿਆ ਤੇ ਚੰਡੀਗੜ੍ਹ ਦੇ ਹਾਲਾਤ ਦੱਸੇ। ਉਹਨਾਂ ਦੱਸਿਆ ਕਿ ਯੂਟੀ ਵਿੱਚ ਹੁਣ ਤੱਕ 57,000 ਲੋਕਾਂ ਨੂੰ ਕੋਵਿਡ ਦੇ ਟੀਕੇ ਲੱਗ ਚੁੱਕੇ ਨੇ ਜਦਕਿ 12 ਲੱਖ ਦੀ ਆਬਾਦੀ ਵਿੱਚੋਂ 2,80,000 ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਉਹਨਾਂ ਦੱਸਿਆ ਕਿ ਜਨਵਰੀ-ਫਰਵਰੀ ਮਹੀਨੇ ਵਿੱਚ ਕਰੋਨਾ ਵਾਇਰਸ ਦੇ ਪੋਜ਼ਿਟਿਵ ਕੇਸਾਂ ਦੀ ਗਿਣਤੀ ਬਹੁਤ ਘੱਟ ਸੀ ਪਰ ਮਾਰਚ ਮਹੀਨੇ ਦੀ ਸ਼ੁਰੂਆਤ ਤੋਂ ਹੀ ਕੇਸਾਂ ਦੀ ਗਿਣਤੀ ਵੱਧ ਗਈ ਹੈ। ਵਿਆਹ ਸਮਾਗਮਾਂ ਤੇ ਸਮਾਜਿਕ ਸਮਾਗਮਾਂ ਵਿੱਚ ਸ਼ਾਮਿਲ ਹੋਣ ਵਾਲੇ ਇਕੱਠ ਤੋਂ ਪਾਬੰਦੀ ਹਟਾਉਣਾ ਇਸ ਦਾ ਮੁੱਖ ਕਾਰਨ ਹੈ। ਉਹਨਾਂ ਕਿਹਾ ਕਿ ਚੰਡੀਗੜ੍ਹ ਦੇ ਵਿੱਚ ਵੈਕਸੀਨੇਸ਼ਨ ਤੇਜ਼ੀ ਨਾਲ ਹੋ ਰਹੀ ਹੈ ਤੇ ਸ਼ਹਿਰ ਵਿੱਚ 49 ਨਿੱਜੀ ਅਤੇ ਸਰਕਾਰੀ ਵੈਕਸੀਨੇਸ਼ਨ ਕੇਂਦਰ ਸਥਾਪਿਤ ਕੀਤੇ ਗਏ ਨੇ। ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਆਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਇਲਾਜ ਦੀ ਘਾਟ ਕਾਰਨ ਭਾਰਤ ਸਣੇ ਦੱਖਣ ਏਸ਼ੀਆਈ ਮੁਲਕਾਂ ਦੇ ਵਿੱਚ 2 ਲੱਖ ਤੋਂ ਵੱਧ ਮੌਤਾਂ ਹੋ ਗਈਆਂ ਨੇ। ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿੱਚ ਲਿਖਿਆ ਕਿ ਪੂਰੇ ਦੱਖਣੀ ਏਸ਼ੀਆ ਦੇ ਵਿੱਚ 2,39,000 ਮਾਵਾਂ ਅਤੇ ਬੱਚਿਆਂ ਦੀ ਮੌਤ ਹੋਈ ਹੈ। ਇਹ ਰਿਪੋਰਟ ਖਾਸ ਕਰਕੇ ਅਫਗਾਨਿਸਤਾਨ, ਨੇਪਾਲ, ਬੰਗਲਾਦੇਸ਼, ਭਾਰਤ, ਪਾਕਿਸਤਾਨ ਅਤੇ ਸ਼੍ਰੀਲੰਕਾ
ਭੂਮਿਕਾ ਤੇ ਕੇਂਦਰਿਤ ਹੈ। ਰਿਪੋਰਟ ਕਹਿੰਦੀ ਹੈ ਕਿ ਇਸ ਦੇ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਔਰਤਾਂ, ਬੱਚੇ ਤੇ ਬਜ਼ੁਰਗ ਹੋਏ ਨੇ। ਪੂਰੇ ਦੱਖਣੀ ਏਸ਼ੀਆ ਵਿੱਚ 1 ਕਰੋੜ 30 ਲੱਖ ਕਰੋਨਾ ਕੇਸ ਸਾਹਮਣੇ ਆਏ ਨੇ ਤੇ 1,86,000 ਲੋਕਾਂ ਦੀ ਮੌਤ ਹੋ ਗਈ ਹੈ। ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਦੱਖਣੀ ਏਸ਼ੀਆ ਦੇ ਕਈ ਮੁਲਕਾਂ ਨੇ ਕਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਖਤ ਲਾਕਡਾਊਨ ਲਾ ਦਿੱਤਾ ਸੀ। ਹਸਪਤਾਲ, ਮੈਡੀਕਲ ਸਟੋਰ ਤੇ ਕਰਿਆਨੇ ਦੀਆਂ ਦੁਕਾਨਾਂ ਹੀ ਖੁੱਲ੍ਹੀਆਂ ਰੱਖੀਆਂ ਗਈਆਂ ਸੀ। ਇਸ ਤੋਂ ਬਿਨਾਂ ਸਭ ਕੁਝ ਬੰਦ ਕਰ ਦਿੱਤਾ ਗਿਆ ਸੀ। ਰਿਪੋਰਟ ਦੇ ਮੁਤਾਬਿਕ 6 ਮੁਲਕਾਂ ਦੇ ਵਿੱਚ 5 ਤੋਂ ਘੱਟ ਉਮਰ ਦੇ ਬੱਚਿਆਂ ਦੀਆਂ 2,28,000 ਮੌਤਾਂ ਹੋਈਆਂ ਨੇ, ਜੋ ਮਹੱਤਵਪੂਰਨ ਸੇਵਾਵਾਂ ਦੀ ਘਾਟ ਕਾਰਨ, ਜ਼ਰੂਰੀ ਪੋਸ਼ਣ ਦੀ ਕਮੀ ਕਾਰਨ ਅਤੇ ਜ਼ਰੂਰੀ ਟੀਕਾ ਨਾ ਲੱਗਣ ਕਾਰਨ ਹੋਈਆਂ ਨੇ। ਰਿਪੋਰਟ ਇਹ ਵੀ ਕਹਿੰਦੀ ਹੈ ਕਿ ਬੱਚਿਆਂ ਦੀ ਮੌਤ ਦਰ ਭਾਰਤ ਵਿੱਚ 2020 ਵਿੱਚ ਸਭ ਤੋਂ ਜ਼ਿਆਦਾ ਵਧੀ ਹੈ ਤੇ ਵੱਧ ਕੇ 15.4% ਹੋ ਗਈ ਹੈ, ਜਦਕਿ ਬੰਗਲਾਦੇਸ਼ ਦੇ ਵਿੱਚ ਇਹ 13% ਰਹੀ ਹੈ। ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਮੰਗ ਕੀਤੀ ਹੈ ਕਿ ਅੰਦੋਲਨਾਂ ਵਾਲੀ ਥਾਂ ਦੇ ਉੱਤੇ ਹੀ ਕਿਸਾਨਾਂ ਦਾ ਟੀਕਾਕਰਨ ਕੀਤਾ ਜਾਵੇ। ਕਰੋਨਾ ਦੇ ਖਤਰੇ ਦੇ ਵੱਧ ਰਹੇ ਸਵਾਲ ਦੇ ਜਵਾਬ ਦੇ ਵਿੱਚ ਰਾਕੇਸ਼ ਟਿਕੈਤ ਨੇ ਕਿਹਾ ਕਿ ਕਰੋਨਾ ਦੇ ਮਾਮਲੇ ਬਿਨਾਂ ਸ਼ੱਕ ਮੁਲਕ ਦੇ ਵਿੱਚ ਵੱਧ ਰਹੇ ਨੇ ਤੇ ਹਦਾਇਤਾਂ ਦੀ ਪਾਲਣਾ ਕਰਨੀ ਵੀ ਜ਼ਰੂਰੀ ਹੈ ਤੇ ਮੋਰਚੇ ਵਾਲੀਆਂ ਥਾਵਾਂ ਦੇ ਉੱਤੇ ਸਮਾਜਿਕ ਦੂਰੀ ਦਾ ਪੂਰਾ ਖਿਆਲ ਰੱਖਣਾ ਵੀ ਜ਼ਰੂਰੀ ਹੈ। ਟਿਕੈਤ ਨੇ ਮੰਗ ਕੀਤੀ ਹੈ ਕਿ ਧਰਨੇ ਤੇ ਸ਼ਾਮਿਲ ਕਿਸਾਨ ਨੇ ਜਿਹੜੇ ਉਹਨਾਂ ਦਾ ਉੱਥੇ ਹੀ ਟੀਕਾਕਰਨ ਕੀਤਾ ਜਾਣਾ ਚਾਹੀਦਾ। ਟਿਕੈਤ ਨੇ ਕਿਹਾ ਕਿ ਮੈਂ ਵੀ ਟੀਕਾ ਲਗਵਾਵਾਂਗਾ। ਜੇਲ੍ਹਾਂ ਵਿੱਚ ਕੈਦੀਆਂ ਦਾ ਜ਼ਿਕਰ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਜੇਲ੍ਹਾਂ 'ਚ ਕੈਦੀਆਂ ਦੇ ਪਰਿਵਾਰਿਕ ਮੈਂਬਰਾਂ ਦੇ ਸੁਨੇਹੇ ਆ ਰਹੇ ਨੇ ਕਿ ਸਾਡਾ ਮੁੱਦਾ ਵੀ ਚੁੱਕਿਆ ਜਾਵੇ। ਜੇਲ੍ਹਾਂ ਵਿੱਚ ਬਹੁਤ ਭੀੜ ਹੈ, ਕਰੋਨਾ ਦੀਆਂ ਹਦਾਇਤਾਂ ਦੀ ਪਾਲਣਾ ਹੋਣੀ ਚਾਹੀਦੀ ਹੈ। ਕੈਦੀ ਇੱਕ ਦੂਜੇ ਦੇ ਨਾਲ ਜੁੜ ਕੇ ਸੌਂਦੇ ਨੇ ਕਿਉਂਕਿ ਜੇਲ੍ਹਾਂ ਦੇ ਵਿੱਚ ਭੀੜ ਬਹੁਤ ਜ਼ਿਆਦਾ ਹੁੰਦੀ ਹੈ। ਇਸ ਕਰਕੇ ਇਹਨਾਂ ਦਾ ਮੁੱਦਾ ਹੈਗਾ ਜਿਹੜਾ ਉਹ ਵੀ ਸੋਚਣ ਵਾਲੀ ਗੱਲ ਹੈ। ਟਿਕੈਤ ਨੇ ਇਹ ਵੀ ਕਿਹਾ ਕਿ ਕਰੋਨਾ ਕਰਕੇ ਅੰਦੋਲਨ ਖਤਮ ਨਹੀਂ ਕੀਤਾ ਜਾਏਗਾ, ਸਗੋਂ ਤੰਬੂ ਵੱਡੇ ਕਰ ਲਏ ਜਾਣਗੇ, ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਿਆ ਜਾਵੇਗਾ, ਅੰਦੋਲਨ ਲੰਬਾ ਚੱਲੇਗਾ। ਪੰਜਾਬ ਦੇ ਵਿੱਚ ਮਹਾਮਾਰੀ ਕਾਰਨ 35 ਹੋਰ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 2039 ਨਵੇਂ ਕੇਸ ਸਾਹਮਣੇ ਆਏ। ਲੰਘੇ 24 ਘੰਟਿਆਂ ਦੌਰਾਨ ਸਭ ਤੋਂ ਵੱਧ 277 ਨਵੇਂ ਕੇਸ ਜਲੰਧਰ ਜ਼ਿਲ੍ਹੇ ਦੇ ਵਿੱਚ ਦਰਜ ਕੀਤੇ ਗਏ। ਸੂਬੇ ਦੇ ਵਿੱਚ ਕਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 6,172 ਹੋ ਗਈ ਹੈ। ਇਸ ਵਕਤ ਕੁੱਲ 13,320 ਕਰੋਨਾ ਮਰੀਜ਼ ਹਸਪਤਾਲਾਂ ਦੇ ਵਿੱਚ ਦਾਖਲ ਨੇ, ਜਿਨ੍ਹਾਂ ਵਿੱਚੋਂ 283 ਮਰੀਜ਼ਾਂ ਨੂੰ ਆਕਸੀਜਨ ਲੱਗੀ ਹੋਈ ਹੈ, ਜਦਕਿ 27 ਵੈਂਟੀਲੇਟਰ ਤੇ ਨੇ। 29 ਜਨਵਰੀ ਨੂੰ ਸਿੰਘੂ ਬਾਰਡਰ ਤੋਂ ਗ੍ਰਿਫਤਾਰ ਕੀਤੇ ਗਏ ਨੌਜਵਾਨ ਰਣਜੀਤ ਸਿੰਘ ਦੀ 17 ਮਾਰਚ ਦੀ ਰਾਤ ਨੂੰ ਰਿਹਾਈ ਹੋ ਗਈ ਤੇ 47 ਦਿਨਾਂ ਬਾਅਦ ਤਿਹਾੜ ਜੇਲ੍ਹ 'ਚੋਂ ਛੁੱਟੇ ਤੇ ਦਿੱਲੀ ਪੁਲਿਸ ਦਾ ਤਸ਼ੱਦਦ ਸਹਿਣ ਵਾਲੇ ਰਣਜੀਤ ਸਿੰਘ ਦੇ ਚਿਹਰੇ ਤੇ ਮੁਸਕਾਨ ਹੀ ਦੇਖੀ ਗਈ। ਜੇਲ੍ਹੋਂ ਬਾਹਰ ਆ ਕੇ ਗੱਜ ਕੇ ਫਤਿਹ ਬੁਲਾਉਂਦਿਆਂ ਰਣਜੀਤ ਨੇ ਕਿਹਾ ਕਿ ਮੈਂ ਹੁਣ ਵੀ ਡਟ ਕੇ ਕਿਸਾਨੀ ਅੰਦੋਲਨ ਵਿੱਚ ਕਿਸਾਨਾਂ ਦਾ ਸਾਥ ਦਿਆਂਗਾ। ਜੇਲ੍ਹ 'ਚੋਂ ਬਾਹਰ ਆਉਣ ਤੇ ਰਣਜੀਤ ਨੇ ਕਿਹਾ ਕਿ ਪੁਲਿਸ ਨੇ ਮੈਨੂੰ ਕੁੱਟਿਆ ਤਾਂ ਬਹੁਤ, ਪਰ ਮੇਰੀਆਂ ਚੀਕਾਂ ਨਹੀਂ ਕਢਾ ਸਕੇ ਤੇ ਇਹ ਸਭ ਅਕਾਲ ਪੁਰਖ ਦੀ ਕਿਰਪਾ ਸਦਕਾ ਹੀ ਹੋਇਆ ਹੈ। ਜਦੋਂ ਜਦੋਂ ਮੈਨੂੰ ਕੁੱਟਦੇ ਸੀ ਮੈਂ ਗੁਰੂ ਸਾਹਿਬ ਦਾ ਨਾਮ ਲੈਂਦਾ ਰਿਹਾ। ਮਹਾਰਾਜ ਹੀ ਸਮਰੱਥ ਹੈ ਜਿਨ੍ਹਾਂ ਨੇ ਮੈਨੂੰ ਬਚਾਇਆ ਹੈ। ਜੇਲ੍ਹ ਤੋਂ ਬਾਹਰ ਆ ਕੇ ਰਣਜੀਤ ਸਿੰਘ ਨੇ ਸਾਰੀ ਸੰਗਤ ਦੇ ਨਾਲ DSGMC ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਖਾਸ ਤੌਰ ਤੇ ਧੰਨਵਾਦ ਕੀਤਾ। ਰਿਹਾਈ ਤੋਂ ਬਾਅਦ ਦੂਸਰੇ ਦਿਨ 18 ਮਾਰਚ ਦੀ ਸਵੇਰ ਨੂੰ ਮਨਜਿੰਦਰ ਸਿੰਘ ਸਿਰਸਾ ਰਣਜੀਤ ਸਿੰਘ ਨੂੰ ਲੈ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੇ, ਜਿੱਥੇ ਲੋਕਾਂ ਨੇ ਉਹਨਾਂ ਦਾ ਹਾਰ ਪਾ ਕੇ ਸਵਾਗਤ ਕੀਤਾ। ਨੌਜਵਾਨ ਰਣਜੀਤ ਸਿੰਘ ਦੀ ਮਾਤਾ ਵੀ ਹੱਥਾਂ ਵਿੱਚ ਫੁੱਲਾਂ ਦੇ ਹਾਰ ਲੈ ਕੇ ਅੰਮ੍ਰਿਤਸਰ ਏਅਰਪੋਰਟ ਤੇ ਆਪਣੇ ਪੁੱਤਰ ਦਾ ਸਵਾਗਤ ਕਰਨ ਪਹੁੰਚੀ। ਮਾਤਾ ਨੇ ਭਾਵੇਂ ਭਾਵਕ ਹੁੰਦਿਆਂ ਕਿਹਾ ਕਿ ਮੈਨੂੰ ਮਸਾਂ ਹੀ ਪੁੱਤ ਮਿਲਿਆ ਹੈ, ਪਰ ਨਾਲ ਹੀ ਕਿਸਾਨੀ ਅੰਦੋਲਨ ਵਿੱਚ ਡਟ ਕੇ ਹਿੱਸਾ ਪਾਉਣ ਦੀ ਆਪਣੀ ਦ੍ਰਿੜਤਾ ਵੀ ਦੁਹਰਾ ਦਿੱਤੀ। ਸਿਰਸਾ ਨੇ ਕਿਹਾ ਕਿ ਪੁਲਿਸ ਨੇ ਰਣਜੀਤ ਸਿੰਘ ਤੇ ਜ਼ੁਲਮ ਢਾਹਿਆ, ਦੇਸ਼ ਧਰੋਹ ਦੇ ਕੇਸ ਪਾ ਦਿੱਤੇ, ਜਿਨ੍ਹਾਂ ਕੇਸਾਂ ਦੇ ਵਿੱਚ 5-5 ਸਾਲ ਜ਼ਮਾਨਤਾਂ ਨਹੀਂ ਹੁੰਦੀਆਂ ਤੇ ਇਹ ਸਾਡੀ ਪਹਿਲੀ ਅਰਦਾਸ ਸੀ ਕਿ ਰਣਜੀਤ ਸਿੰਘ ਦੀ ਰਿਹਾਈ ਤੇ ਅਸੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਜ਼ਰੂਰ ਜਾਵਾਂਗੇ। ਸਿਰਸਾ ਨੇ ਵਕੀਲਾਂ ਦਾ ਵੀ ਧੰਨਵਾਦ ਕੀਤਾ ਹੈ। 29 ਜਨਵਰੀ ਨੂੰ ਸਿੰਘੂ ਬਾਰਡਰ ਤੇ ਜਦੋਂ ਬੀਬੀਆਂ ਦੇ ਕੈਂਪ ਤੇ ਬੀਜੇਪੀ ਦੇ ਕੁਝ ਗੁੰਡਿਆਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਰਣਜੀਤ ਸਿੰਘ ਨੌਜਵਾਨ ਨੇ ਆਪਣੀ ਕਿਰਪਾਨ ਕੱਢ ਕੇ ਕੈਂਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ। ਉਸ ਵਕਤ ਰਣਜੀਤ ਸਿੰਘ ਨੂੰ ਕਾਬੂ ਕਰਕੇ ਦਿੱਲੀ ਪੁਲਿਸ ਨੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਸੀ। ਇੱਕ ਤਸਵੀਰ ਵਾਇਰਲ ਹੋਈ ਸੀ ਜਿਸ ਵਿੱਚ ਰਣਜੀਤ ਸਿੰਘ ਦੇ ਮੂੰਹ ਤੇ ਪੁਲਿਸ ਕਰਮਚਾਰੀ ਨੇ ਬੂਟ ਰੱਖਿਆ ਹੋਇਆ ਸੀ। ਉਸ ਤੋਂ ਬਾਅਦ ਪੁਲਿਸ ਰਣਜੀਤ ਸਿੰਘ ਨੂੰ ਹਿਰਾਸਤ ਵਿੱਚ ਲੈ ਗਈ ਸੀ ਤੇ ਥਾਣੇ ਬੰਦ ਕਰ ਦਿੱਤਾ ਸੀ। ਕੈਪਟਨ ਸਰਕਾਰ ਦੇ 4 ਸਾਲ ਪੂਰੇ ਹੋਣ ਤੇ ਚੰਡੀਗੜ੍ਹ ਦੇ ਵਿੱਚ ਇੱਕ ਖਾਸ ਪ੍ਰੋਗਰਾਮ ਕਰਵਾਇਆ ਗਿਆ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੀਆਂ 4 ਸਾਲ ਦੀਆਂ ਪ੍ਰਾਪਤੀਆਂ ਗਿਣਵਾਈਆਂ।
ਕੈਪਟਨ ਨੇ ਦਾਅਵਾ ਕੀਤਾ ਕਿ ਅਸੀਂ ਚੋਣ ਮੈਨੀਫੈਸਟੋ ਦੇ 85% ਵਾਅਦੇ ਪੂਰੇ ਕੀਤੇ ਨੇ, ਜਿਹੜੇ ਕਿ ਦੇਸ਼ ਵਿੱਚ ਇੱਕ ਰਿਕਾਰਡ ਹੈ। ਹੁਣ ਤੱਕ ਕਿਸੇ ਵੀ ਸਰਕਾਰ ਨੇ ਇੰਨੇ ਸਮੇਂ ਦੇ ਵਿੱਚ 85% ਵਾਅਦੇ ਪੂਰੇ ਨਹੀਂ ਕੀਤੇ। ਖੇਤੀ ਕਾਨੂੰਨਾਂ ਤੇ ਬੋਲਦਿਆਂ ਕੈਪਟਨ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕਾਨੂੰਨ ਖੇਤੀਬਾੜੀ ਲਈ ਬਹੁਤ ਘਾਤਕ ਨੇ। ਸਾਡੀ ਸਰਕਾਰ ਨੇ ਵਿਧਾਨ ਸਭਾ ਸੱਦ ਕੇ ਇਹ ਕਾਨੂੰਨ ਰੱਦ ਕੀਤੇ ਨੇ, ਜਿਸ ਵਿੱਚ ਅਕਾਲੀਆਂ ਤੇ ਆਮ ਆਦਮੀ ਪਾਰਟੀ ਨੇ ਵੀ ਸਾਥ ਦਿੱਤਾ। ਉਹਨਾਂ ਕਿਹਾ ਕਿ ਇਸ ਸੰਬੰਧੀ ਰਾਜਪਾਲ ਨਾਲ ਵੀ ਅਸੀਂ ਮੁਲਾਕਾਤ ਕੀਤੀ। ਨਸ਼ਿਆਂ ਤੇ ਬੋਲਦਿਆਂ ਕੈਪਟਨ ਨੇ ਕਿਹਾ ਕਿ ਸਰਕਾਰ ਨੇ ਡਰੱਗ ਮਾਫੀਆ ਦਾ ਲੱਕ ਤੋੜ ਦਿੱਤਾ ਹੈ। ਚੋਣਾਂ ਤੋਂ ਪਹਿਲਾਂ ਦਮਦਮਾ ਸਾਹਿਬ ਵਿਖੇ ਗੁਟਕਾ ਸਾਹਿਬ ਹੱਥ ਵਿੱਚ ਲੈ ਕੇ ਜੋ ਸਹੁੰ ਖਾਧੀ ਸੀ, ਉਸ ਤੇ ਕੈਪਟਨ ਨੇ ਕਿਹਾ ਕਿ ਮੈਂ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਕਿਹਾ ਸੀ ਕਿ ਡਰੱਗ ਮਾਫੀਆ ਦਾ ਲੱਕ ਤੋੜ ਦਿਆਂਗੇ, ਨਾ ਕਿ ਇਹ ਕਿਹਾ ਸੀ ਕਿ ਮੈਂ ਪੰਜਾਬ 'ਚੋਂ ਨਸ਼ੇ ਗਾਇਬ ਹੀ ਕਰ ਦਿਆਂਗਾ। ਬਰਗਾੜੀ ਮਾਮਲੇ ਤੇ ਵੀ ਕਿਹਾ। ਕੈਪਟਨ ਨੇ ਕਿਹਾ ਕਿ ਮਾਮਲਾ ਖਾਤਮੇ ਵੱਲ ਵਧ ਰਿਹਾ ਹੈ। ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫਾਰਿਸ਼ਾਂ ਤੇ ਚਲਾਨ ਪੇਸ਼ ਹੋ ਚੁੱਕੇ ਨੇ। ਉਹਨਾਂ ਕਿਹਾ ਕਿ ਕੰਵਰ ਵਿਜੇ ਪ੍ਰਤਾਪ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਨੇ। ਜਿਵੇਂ ਵੀ ਉਹ ਠੀਕ ਸਮਝਣਗੇ ਉਹ ਇਸ ਮਾਮਲੇ ਨੂੰ ਨਿਬੇੜਨਗੇ। ਭਾਵੇਂ ਕਿਸੇ ਦਾ ਵੀ ਨਾਮ ਇਸ ਕਾਰਵਾਈ ਦੇ ਵਿੱਚ ਆਵੇ, ਉਸ ਨੂੰ ਬਖਸ਼ਿਆ ਨਹੀਂ ਜਾਏਗਾ। ਇੱਕ ਸਵਾਲ ਦਾ ਜਵਾਬ ਦਿੰਦਿਆਂ ਕੈਪਟਨ ਨੇ ਕਿਹਾ ਕਿ ਮੈਂ ਹੁਣ ਤੱਕ 15 ਕਿਲੋ ਭਾਰ ਘਟਾਇਆ ਹੈ। ਜੁਲਾਈ ਤੋਂ ਮੈਂ ਆਪਣੀ ਡਾਈਟ ਤੇ ਧਿਆਨ ਦੇਣਾ ਸ਼ੁਰੂ ਕੀਤਾ ਸੀ ਤੇ 10 ਕਿਲੋ ਭਾਰ ਮੈਂ ਹੋਰ ਘਟਾਵਾਂਗਾ। ਕੋਰੋਨਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਾਲ ਜਿਹੜੀ ਬੈਠਕ ਹੋਈ, ਉਸ ਦੀ ਵੀ ਕੈਪਟਨ ਨੇ ਜਾਣਕਾਰੀ ਦਿੱਤੀ। ਕਿਹਾ ਕਿ ਅਗਲੇ 2 ਦਿਨਾਂ ਦੇ ਵਿੱਚ ਕੋਰੋਨਾ ਨੂੰ ਲੈ ਕੇ ਮੀਟਿੰਗ ਹੋ ਸਕਦੀ ਹੈ। ਕਰਫਿਊ ਦਾ ਸਮਾਂ ਰਾਤ 9 ਵਜੇ ਤੋਂ ਸ਼ੁਰੂ ਹੋ ਜਾਏਗਾ। ਆਉਣ ਵਾਲੇ ਦਿਨਾਂ ਵਿੱਚ ਪੰਜਾਬ 'ਚ ਕੋਰੋਨਾ ਨੂੰ ਲੈ ਕੇ ਸਖਤੀ ਵੱਧ ਸਕਦੀ ਹੈ। ਜ਼ਹਿਰੀਲੀ ਸ਼ਰਾਬ ਦੇ ਮਾਮਲੇ ਵਿੱਚ ਕੈਪਟਨ ਨੇ ਕਿਹਾ ਕਿ ਸਾਰੇ ਦੋਸ਼ੀਆਂ ਖਿਲਾਫ ਚਾਰਜ ਸ਼ੀਟ ਦਾਖਲ ਹੋ ਚੁੱਕੀ ਹੈ, ਪਰ ਸਾਡੀ ਨਿਆਂਇਕ ਪ੍ਰਣਾਲੀ ਸੁਸਤ ਹੋਣ ਕਾਰਨ ਦੇਰੀ ਹੋ ਰਹੀ ਹੈ। ਲੰਘੇ ਦਿਨ ਨਵਜੋਤ ਸਿੰਘ ਸਿੱਧੂ ਨਾਲ ਹੋਈ ਬੈਠਕ ਤੇ ਜਾਣਕਾਰੀ ਦਿੰਦਿਆਂ ਕੈਪਟਨ ਨੇ ਕਿਹਾ ਕਿ ਨਵਜੋਤ ਸਿੱਧੂ ਸਾਡਾ ਹਿੱਸਾ ਹਨ ਤੇ ਸਿੱਧੂ ਦੇ ਪਿਤਾ ਨੇ ਮੈਨੂੰ ਗਾਈਡ ਕੀਤਾ ਸੀ। ਸਿੱਧੂ ਨੇ ਹਾਲੇ ਕੁਝ ਦਿਨ ਦਾ ਸਮਾਂ ਮੰਗਿਆ ਹੈ ਤੇ ਉਮੀਦ ਹੈ ਕਿ ਸਿੱਧੂ ਜਲਦ ਹੀ ਸਾਡਾ ਹਿੱਸਾ ਬਣਨਗੇ। ਜਲਦ ਹੀ ਸਿੱਧੂ ਸਾਡੀ ਟੀਮ ਦਾ ਹਿੱਸਾ ਹੋਣਗੇ, ਇਹ ਕੈਪਟਨ ਨੇ ਦਾਅਵਾ ਕੀਤਾ ਹੈ। ਕੈਪਟਨ ਨੇ ਕਿਹਾ ਕਿ ਹਰ ਕੋਈ ਸਿੱਧੂ ਨੂੰ ਸਾਡੀ ਟੀਮ ਵਿੱਚ ਵੇਖਣਾ ਚਾਹੁੰਦਾ ਹੈ ਤੇ ਮੈਨੂੰ ਆਸ ਹੈ ਕਿ ਸਿੱਧੂ ਜਲਦ ਹੀ ਇਸ ਤੇ ਕੋਈ ਫੈਸਲਾ ਲੈਣਗੇ। ਨਵਜੋਤ ਸਿੰਘ ਸਿੱਧੂ ਦੀ ਗੱਲ ਕਰ ਲਈਏ ਤਾਂ ਕੈਪਟਨ ਨਾਲ ਮੁਲਾਕਾਤ ਤੋਂ ਬਾਅਦ ਸਿੱਧੂ ਨੇ ਹੁਣ ਤੱਕ 2 ਟਵੀਟ ਕੀਤੇ ਨੇ। ਪਹਿਲਾ ਟਵੀਟ ਕੀਤਾ 17 ਮਾਰਚ ਨੂੰ, ਲਿਖਿਆ ਕਿ ਆਜ਼ਾਦ ਰਹੋ ਵਿਚਾरों से लेकिन बंधे रहो संस्कारों से, ਤਾਂ ਆਸ और विश्वास रहे किरदारों पे। एक ਹੋਰ ਟਵੀਟ ਕੀਤਾ ਹੈ 18 मार्च ਦੀ शाम ਨੂੰ, तिनके से हल्की रुई, रुई से हल्का मांगने वाला आदमी, ना अपने लिए मांगा था, ना मांगा है और ना मांगूंगा। सो नवजोत सिंह सिद्धू ਦੇ ਟਵੀਟ ਕੀ ਦਰਸਾਉਣਾ ਚਾਹੁੰਦੇ ਨੇ, ਇਹ ਤੁਸੀਂ ਆਪਣੇ ਆਪ ਸੋਚ ਸਕਦੇ ਹੋ। ਸੋ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਆਪਣੇ 4 ਸਾਲਾਂ ਦੀਆਂ ਪ੍ਰਾਪਤੀਆਂ ਗਿਣਵਾਈਆਂ, ਉੱਥੇ ਅਕਾਲੀਆਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਬਰਾਬਰ ਅਤੇ ਪਿਛਲੇ 4 ਸਾਲਾਂ ਦੇ ਵਿੱਚ ਕੈਪਟਨ ਦੇ ਰਾਜ ਵਿੱਚ ਜੋ ਘਪਲੇ ਹੋਏ ਨੇ ਉਹ ਗਿਣਵਾ ਦਿੱਤੇ। ਚੀਮਾ ਨੇ ਕਿਹਾ ਕਿ ਮੁੱਖ ਮੰਤਰੀ 4 ਸਾਲਾਂ ਬਾਅਦ ਇਸ ਗੱਲ ਤੋਂ ਮੁੱਕਰ ਗਏ ਕਿ ਸਹੁੰ ਕਿਸ ਗੱਲ ਦੀ ਖਾਧੀ ਸੀ। ਉਹਨਾਂ ਕਿਹਾ ਕਿ ਇਸ ਦਾ ਮਤਲਬ ਹੈ ਕਿ ਮੁੱਖ ਮੰਤਰੀ ਆਪ ਮੰਨਦੇ ਨੇ ਜੋ ਵਾਅਦੇ ਉਹਨਾਂ ਨੇ ਗੁਟਕਾ ਸਾਹਿਬ ਫੜ ਕੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ। ਕੈਪਟਨ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਨੇ ਨਸ਼ਿਆਂ ਦੀ ਗੱਲ ਕੀਤੀ, ਨੌਕਰੀਆਂ ਦੀ ਤਾਂ ਕੋਈ ਗੱਲ ਹੀ ਨਹੀਂ ਸੀ। ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਆਪਣੀ ਸਿਹਤ ਦਾ ਜ਼ਿਕਰ ਤਾਂ ਕੀਤਾ ਹੈ, ਉਸ ਦੀ ਸਾਨੂੰ ਵੀ ਖੁਸ਼ੀ ਹੋਈ, ਪਰ ਸੂਬੇ ਦੀ ਜੋ ਸਿਹਤ ਖਰਾਬ ਹੋਈ ਹੈ ਉਸ ਦਾ ਜ਼ਿਕਰ ਵੀ ਉਹਨਾਂ ਨੂੰ ਜ਼ਰੂਰ ਕਰਨਾ ਚਾਹੀਦਾ ਸੀ। ਸੂਬੇ ਦਾ ਜਿੰਨਾ ਬਜਟ ਹੈ ਉਸ ਤੋਂ ਦੁੱਗਣਾ ਸੂਬੇ ਤੇ ਕਰਜ਼ਾ ਚੜਿਆ ਹੋਇਆ ਹੈ। ਮੁੱਖ ਮੰਤਰੀ ਨੂੰ ਜਵਾਬ ਦੇਣਾ ਚਾਹੀਦਾ ਸੀ ਕਿ ਇੰਨਾ ਕਰਜ਼ਾ ਪੰਜਾਬ ਨੇ ਲਿਆ ਕਿਉਂ। ਦਲਜੀਤ ਚੀਮਾ ਨੇ ਇਹ ਵੀ ਸਵਾਲ ਚੁੱਕਿਆ ਕਿ ਲੋਕਡਾਊਨ ਦੌਰਾਨ ਜਿਹੜੀ ਸ਼ਰਾਬ ਦੀ ਵਿਕਰੀ ਹੋਈ ਉਸ ਦਾ ਪੈਸਾ ਰੈਵਨਿਊ ਦੇ ਵਿੱਚ ਕਿਉਂ ਨਹੀਂ ਪਾਇਆ। ਇਸ ਮੌਕੇ ਦਲਜੀਤ ਚੀਮਾ ਨੇ ਜੋ SCBC ਵਿਦਿਆਰਥੀਆਂ ਦੇ ਸਕਾਲਰਸ਼ਿਪ ਨੂੰ ਲੈ ਕੇ ਘਪਲਾ ਚੱਲ ਰਿਹਾ ਹੈ ਉਸ ਦੀ ਵੀ ਯਾਦ ਦਿਵਾਈ। ਕਿਹਾ ਕਿ ਘਪਲੇ ਬਾਰੇ ਮੁੱਖ ਮੰਤਰੀ ਚੁੱਪ ਕਿਉਂ ਰਹੇ। ਕਣਕ ਦੀ ਖਰੀਦ ਨੂੰ ਲੈ ਕੇ ਜਿਹੜੇ ਨਿਯਮ ਸਖਤ ਕੀਤੇ ਜਾ ਰਹੇ ਨੇ ਉਸ ਬਾਰੇ ਵੀ ਮੁੱਖ ਮੰਤਰੀ ਨੂੰ ਬੋਲਣਾ ਚਾਹੀਦਾ ਸੀ, ਪਰ ਉਹ ਨਹੀਂ ਬੋਲੇ। ਚੀਮਾ ਨੇ ਕਿਹਾ ਕਿ ਅੱਜ ਤੁਸੀਂ ਕਹਿ ਰਹੇ ਹੋ ਕਿ ਕੋਰੋਨਾ ਦੇ ਕੇਸ ਵਧ ਰਹੇ ਨੇ, ਜਦੋਂ ਸਾਰੀਆਂ ਪਾਰਟੀਆਂ ਨੇ ਕਿਹਾ ਸੀ ਲੋਕਲ ਬਾਡੀ ਚੋਣਾਂ ਨਾ ਕਰਵਾਓ, ਉਦੋਂ ਸਰਕਾਰ ਨੇ ਇੱਕ ਨਹੀਂ ਸੁਣੀ। ਮੌਤ ਦਰ 3% ਵੱਧ ਹੈ, ਉਸ ਵਾਸਤੇ ਕੀ ਕੀਤਾ ਗਿਆ। ਬਹੁਤੇ ਡਾਕਟਰ ਵੀ ਆਪਣੇ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਲਈ ਤਿਆਰ ਨਹੀਂ, ਇਸ ਦਾ ਜ਼ਿੰਮੇਵਾਰ ਕੌਣ ਹੈ। ਸਰਕਾਰੀ ਹਸਪਤਾਲਾਂ ਦੀ ਇੰਨੀ ਮਾੜੀ ਹਾਲਤ ਹੈ, ਕੋਈ ਵੀ VIP ਉਹਨਾਂ ਦੇ ਵਿੱਚ ਜਾਂਦਾ ਹੀ ਨਹੀਂ। ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਸਹੁੰ ਉੱਤੇ ਅੱਜ ਝੂਠੀ ਸਹੁੰ ਖਾਧੀ ਹੈ, ਇਸ ਕਰਕੇ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਕੈਪਟਨ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। 10 ਕਿਲੋ ਭਾਰ ਘਟਿਆ, ਸਿਹਤ ਉਹਨਾਂ ਦੀ ਇੰਪਰੂਵ ਹੋਈ। ਮੈਂ ਅਰਦਾਸ ਵੀ ਕਰਦਾ ਕਿ ਉਹਨਾਂ ਦੀ ਸਿਹਤ ਹੋਰ ਬੈਟਰ ਹੋਵੇ, ਕਿਉਂਕਿ ਸਾਡੇ ਵੀ ਉਹ ਮੁੱਖ ਮੰਤਰੀ ਆ। ਪਰ ਸੂਬੇ ਦੀ ਜਿਹੜੀ ਹਾਲਤ ਖਰਾਬ ਹੋਈ ਆ ਉਹਦਾ ਜ਼ਿਕਰ ਉਹਨਾਂ ਨੂੰ ਅੱਜ ਜ਼ਰੂਰ ਕਰਨਾ ਚਾਹੀਦਾ ਸੀ, ਕਿਉਂਕਿ ਮਨਪ੍ਰੀਤ ਬਾਦਲ ਜੀ ਤੇ ਬਜਟ ਪੇਸ਼ ਕਰਕੇ ਚਲੇ ਗਏ, ਆਪੋਜੀਸ਼ਨ ਨੂੰ ਵੈਸੇ ਬਾਹਰ ਕੱਢ ਦਿੱਤਾ ਸੀ
ਪਰ ਅੱਜ ਮੁੱਖ ਮੰਤਰੀ ਸਾਹਿਬ ਨੂੰ ਦੱਸਣਾ ਚਾਹੀਦਾ ਸੀ ਕਿ 1,38,000 ਦਾ ਇਫੈਕਟਿਵ ਬਜਟ ਪੇਸ਼ ਕੀਤਾ ਗਿਆ ਸੀ, ਕਿਉਂਕਿ 30,000 ਵੇਜ ਐਂਡ ਮੀਨ ਦਾ ਇਫੈਕਟਿਵ ਬਜਟ 1,38,000 ਕਰੋੜ ਦਾ ਸੀ। ਔਰ ਕਰਜ਼ਾ ਅੱਜ ਸੂਬੇ ਦੇ ਵਿੱਚ 2,73,707 ਕਰੋੜ ਦਾ। ਬਜਟ 1,38 ਦਾ, ਕਰਜ਼ਾ 2,73 ਦਾ। ਜਿੰਨਾ ਸੂਬੇ ਦਾ ਬਜਟ ਹੈ ਉਸ ਤੋਂ ਡਬਲ ਕਰਜ਼ਾ। ਇਹ ਕਿਸ ਤਰ੍ਹਾਂ ਹੋਇਆ? ਇਹਦਾ ਵੀ ਜਿਹੜੀ ਐਕਸਪਲੇਨੇਸ਼ਨ ਹੈ ਮੁੱਖ ਮੰਤਰੀ ਸਾਹਿਬ ਨੇ ਨਹੀਂ ਦਿੱਤੀ। ਮੈਂ ਉਹਨਾਂ ਤੋਂ ਪੁੱਛਣਾ ਚਾਹੁੰਦਾ ਵੀ ਕਰਫਿਊ ਦਾ ਟਾਈਮ 11 ਤੋਂ 9 ਵਜੇ ਤੱਕ ਕਰ ਦਿੱਤਾ ਗਿਆ। ਇਹ ਦੱਸੋ ਸੂਬੇ ਦੀ ਪ੍ਰਾਪਤੀ ਹੈ? ਨਾ ਲਾ ਐਂਡ ਆਰਡਰ ਹੈ, ਨਾ ਡਿਵੈਲਪਮੈਂਟ ਹੈ, ਨਾ ਗਵਰਨੈਂਸ ਹੈ, ਚਾਰੇ ਪਾਸੇ ਕਰਪਸ਼ਨ ਹੈ। ਔਰ 5% ਵੀ ਮੈਂ ਕਹਿ ਸਕਦਾ ਜਿਹੜਾ ਗਿਣਤੀ ਦੇ ਨਾਲ ਕਿ 5% ਵੀ ਆਪਣਾ ਮੈਨੀਫੈਸਟੋ ਜਿਹੜਾ ਉਹ ਕਾਂਗਰਸ ਸਰਕਾਰ ਨੇ ਲਾਗੂ ਨਹੀਂ ਕੀਤਾ। ਪਰ ਅੱਜ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਸਹੁੰ ਦੇ ਉੱਤੇ ਝੂਠੀ ਸਹੁੰ ਫੇਰ ਖਾਧੀ ਹੈ। ਇਹ ਵੀ ਸਹੁੰ ਹੀ ਹੁੰਦੀ ਜਦੋਂ ਮੈਂ ਤੁਹਾਡੇ ਵਿੱਚ ਗੱਲ ਕਰ ਰਿਹਾ ਤੇ ਸੱਚੀ ਗੱਲ ਮੈਨੂੰ ਕਰਨੀ ਚਾਹੀਦੀ ਹੈ। ਤੇ ਮੈਂ ਸਮਝਦਾ ਕਿ ਮੁੱਖ ਮੰਤਰੀ ਸਾਹਿਬ ਨੂੰ ਕੁਰਸੀ ਤੇ ਬਣੇ ਰਹਿਣ ਦਾ ਹੱਕ ਨਹੀਂ, ਉਹਨਾਂ ਨੂੰ ਅੱਜ ਇਮਾਨਦਾਰੀ ਦੇ ਨਾਲ ਅੱਜ ਅਸਤੀਫਾ ਦੇ ਦੇਣਾ। ਅਕਾਲੀ ਦਲ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵੀ ਚੰਡੀਗੜ੍ਹ ਦੇ ਵਿੱਚ ਕੈਪਟਨ ਦੇ ਬਰਾਬਰ ਪ੍ਰੈਸ ਕਾਨਫਰੰਸ ਕੀਤੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਝੂਠਾ ਕਰਾਰ ਦਿੱਤਾ। ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਅਤੇ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਕੈਪਟਨ ਝੂਠ ਬੋਲ ਰਹੇ ਨੇ, ਸਰਕਾਰ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਜਿਹੜਾ ਕਹਿ ਰਹੇ ਨੇ ਕਿ 85% ਵਾਅਦੇ ਅਸੀਂ ਪੂਰੇ ਕੀਤੇ ਨੇ ਚੋਣ ਮੈਨੀਫੈਸਟੋ ਵਾਲੇ, ਮੈਂ ਕਹਾਂਗਾ ਕਿ 86% ਝੂਠ ਬੋਲ ਰਹੇ ਨੇ। ਚੀਮਾ ਨੇ ਕਿਹਾ ਕਿ ਬੇਅਦਬੀ ਮਾਮਲੇ ਵਿੱਚ ਕੈਪਟਨ ਸਰਕਾਰ ਨੇ ਇੱਕ ਵੀ ਦੋਸ਼ੀ ਨਹੀਂ ਫੜਿਆ। 4 ਸਾਲਾਂ ਦੇ ਵਿੱਚ ਸਰਕਾਰ ਚਲਾਨ ਹੀ ਪੇਸ਼ ਨਹੀਂ ਕਰ ਸਕੀ। ਕੈਪਟਨ ਸਰਕਾਰ ਲਾਅ ਐਂਡ ਆਰਡਰ ਨੂੰ ਲਾਗੂ ਕਰਨ ਦੇ ਵਿੱਚ ਫੇਲ ਹੋ ਗਈ ਹੈ। ਹਰਪਾਲ ਚੀਮਾ ਨੇ ਆਪਣੀ ਪਾਰਟੀ ਦੇ ਇੱਥੇ ਗੁਣ ਗਾਉਂਦਿਆਂ ਕਿਹਾ ਕਿ ਕਿਸਾਨਾਂ ਦੇ ਨਾਲ ਸਾਡੀ ਪਾਰਟੀ ਪਹਿਲੇ ਦਿਨ ਤੋਂ ਖੜੀ ਹੈ। ਕਿਸਾਨਾਂ ਨੂੰ ਮੈਡੀਕਲ ਤੇ ਵਾਈਫਾਈ ਦੀ ਸਹੂਲਤ ਮੋਰਚਿਆਂ 'ਚ ਦਿੱਤੀ ਗਈ ਹੈ। ਚੀਮਾ ਨੇ ਇਲਜ਼ਾਮ ਲਾਇਆ ਕਿ ਇਸ ਵੇਲੇ ਕੈਪਟਨ ਉਹੀ ਕੰਮ ਕਰ ਰਹੇ ਨੇ ਜੋ ਮੋਦੀ ਸਰਕਾਰ ਕਹਿੰਦੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਤੇ 90,000 ਕਰੋੜ ਤੋਂ ਵੱਧ ਦਾ ਕਰਜ਼ਾ ਹੈ, ਪਰ ਕੈਪਟਨ ਸਰਕਾਰ ਕੇਂਦਰ ਸਰਕਾਰ ਤੋਂ ਉਲਟਾ ਕਰਜ਼ਾ ਹੋਰ ਲੈ ਰਹੀ ਹੈ, ਕਿਸਾਨਾਂ ਦਾ ਕਰਜ਼ਾ ਮਾਫ ਨਹੀਂ ਕਰ ਰਹੀ। ਇਸ ਮੌਕੇ ਹਰਪਾਲ ਚੀਮਾ ਨੇ ਪੰਜਾਬੀਆਂ ਨੂੰ 21 ਮਾਰਚ ਨੂੰ ਆਮ ਆਦਮੀ ਪਾਰਟੀ ਦੀ ਕਿਸਾਨ ਮਹਾਪੰਚਾਇਤ ਵਿੱਚ ਪਹੁੰਚਣ ਦਾ ਸੱਦਾ ਵੀ ਦਿੱਤਾ, ਜਿਸ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਾਸ ਤੌਰ ਤੇ ਪਹੁੰਚ ਰਹੇ ਨੇ। ਝੂਠੇ, ਫਰਜ਼ੀ, ਨਕਲੀ ਅੰਕੜੇ ਕੈਪਟਨ ਸਾਹਿਬ ਨੇ ਪੇਸ਼ ਕੀਤੇ ਨੇਗੇ। ਇੱਕ ਵੀ ਵਾਅਦਾ ਪੰਜਾਬ ਦੇ ਲੋਕਾਂ ਨੇ 2017 ਚ ਕੀਤਾ ਸੀ, ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ। ਕੈਪਟਨ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਜਿਨ੍ਹਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ ਜਾਂ ਦੂਜੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕੀਤੀ ਆ, ਮੈਂ ਸਜ਼ਾ ਦੇਵਾਂਗਾ। ਕੀ ਸਜ਼ਾ ਮਿਲ ਗਈ? ਕੀ ਪੰਜਾਬ ਦੇ ਨੌਜਵਾਨ ਨੂੰ ਘਰ ਘਰ ਰੁਜ਼ਗਾਰ ਦੇ ਤਹਿਤ ਰੁਜ਼ਗਾਰ ਮਿਲ ਗਿਆ? ਜੇਕਰ ਰੁਜ਼ਗਾਰ ਨਹੀਂ ਮਿਲਿਆ, ਕੀ ਜਿਹੜਾ ਹੈਗਾ 2500 ਰੁਪਇਆ ਰੁਜ਼ਗਾਰ ਪੱਤਾ ਮਿਲ ਗਿਆ? ਕੀ ਕੈਪਟਨ ਸਾਹਿਬ ਦਾ ਵਾਅਦਾ ਸੀਗਾ ਕਿ ਮੈਂ ਪੰਜਾਬ ਦੇ ਕਿਸਾਨ ਦਾ ਮੁਕੰਮਲ ਕਰਜ਼ਾ ਮਾਫੀ ਕਰੂੰਗਾ, 100% ਲੋਨ ਵੇਵਰ ਹੋਊਗਾ, ਟੋਟਲ ਕਰਜ਼ਾ ਮਾਫ ਹੋਊਗਾ? ਕੀ ਮਾਫ ਹੋ ਗਿਆ? ਜਦੋਂ ਆਪ ਕਹਿੰਦੇ ਖਜ਼ਾਨਾ ਖਾਲੀ ਆ, ਜੇ ਤੁਹਾਡੇ ਘਰ ਦੇ ਵਿੱਚ ਪੈਸੇ ਹੈ ਨਹੀਂ ਤਾਂ ਤੁਸੀਂ ਕਿਵੇਂ ਬਾਜ਼ਾਰ ਜਾਓਗੇ? ਤਾਂ ਤੁਸੀਂ ਕਿਵੇਂ ਬਾਜ਼ਾਰ ਦੇ ਵਿੱਚੋਂ ਖਰੀਦ ਕੇ ਲਿਆਓਗੇ? ਸੋ ਮੈਂ ਸਮਝਦਾ ਝੂਠ ਦਾ ਪਲੰਦਾ ਜਿਹੜਾ ਅੱਜ ਕੈਪਟਨ ਸਾਹਿਬ ਨੇ ਪੇਸ਼ ਕੀਤਾ ਗਾ, ਇਸ ਰਿਪੋਰਟ ਕਾਰਡ ਨੂੰ, ਇਸ ਜੱਲੀ ਫਰਜ਼ੀ ਰਿਪੋਰਟ ਕਾਰਡ ਨੂੰ ਆਮ ਆਦਮੀ ਪਾਰਟੀ ਮੂਲੋਂ ਰੱਦ ਕਰਦੀ ਹੈ। ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਨਾਲ-ਨਾਲ ਬੀਜੇਪੀ ਨੇ ਵੀ ਕੈਪਟਨ ਦੀਆਂ 4 ਸਾਲ ਦੀਆਂ ਪ੍ਰਾਪਤੀਆਂ ਤੇ ਆਪਣਾ ਬਿਆਨ ਜਾਰੀ ਕੀਤਾ। ਬੀਜੇਪੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਦੇ ਵਿੱਚ 4 ਸਾਲਾਂ ਦੀਆਂ ਉਪਲਬਧੀਆਂ ਨੂੰ ਥੋਥਾ ਚਣਾ ਬਾਜੇ ਗਣਾ ਦੱਸਿਆ। ਚੁੱਘ ਨੇ ਕਿਹਾ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ 2500 ਰੁਪਏ ਪੈਨਸ਼ਨ, ਹਰ ਘਰ ਵਿੱਚ ਨੌਕਰੀ, ਸਮਾਰਟਫੋਨ, ਕੱਚੇ ਕਰਮਚਾਰੀ ਪੱਕਾ ਮਕਾਨ, ਕਿਸਾਨਾਂ ਦਾ 90,000 ਕਰੋੜ ਦਾ ਕਰਜ਼ਾ ਮਾਫ ਨਹੀਂ ਹੋਇਆ, ਖੁਦਕੁਸ਼ੀਆਂ ਕਰ ਚੁੱਕੇ 1200 ਕਿਸਾਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ, ਕਿਸਾਨਾਂ ਦੀ ਪੈਨਸ਼ਨ ਸਕੀਮ ਵੀ ਸ਼ੁਰੂ ਨਹੀਂ ਹੋਈ, ਕਿਸਾਨਾਂ ਦੀ ਘੱਟੋ ਘੱਟ ਆਮਦਨੀ ਨਿਸ਼ਚਿਤ ਨਹੀਂ ਹੋਈ ਤੇ ਖੇਤੀਹੀਣ ਮਜ਼ਦੂਰਾਂ ਨੂੰ ਬਣਦਾ ਮੁਆਵਜ਼ਾ ਨਹੀਂ ਮਿਲਿਆ। ਪੰਜਾਬ ਦੇ ਵਿੱਚ ਇੱਕ ਗੋਦਾਮ ਦੇ ਮੂਹਰਿਓਂ ਕਿਸਾਨਾਂ ਨੂੰ ਉਠਾਉਣ ਦੇ ਲਈ ਪਟੀਸ਼ਨ ਪਾਈ ਗਈ ਹੈ, ਜਿਸ ਤੇ ਸੁਣਵਾਈ ਕਰਦਿਆਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤੇ ਨੇ। ਇੱਕ ਸਟੋਰੇਜ ਕੰਪਨੀ ਦੀ ਪਟੀਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ ਕਿਸਾਨਾਂ ਦੇ ਵੱਲੋਂ ਪੰਜਾਬ 'ਚ ਗੋਦਾਮਾਂ ਦੇ ਸਾਹਮਣੇ ਜੋ ਧਰਨੇ ਦਿੱਤੇ ਜਾ ਰਹੇ ਨੇ, ਉਹਨਾਂ ਕਾਰਨ ਕੰਪਨੀਆਂ ਦੇ ਕਾਰੋਬਾਰ 'ਚ ਵਿਘਨ ਪੈ ਰਿਹਾ ਹੈ। ਉਹਨਾਂ ਤੋਂ ਗੋਦਾਮਾਂ ਦੀ ਵਰਤੋਂ ਨਹੀਂ ਹੋ ਰਹੀ, ਇਸ ਕਰਕੇ ਕਿਸਾਨਾਂ ਨੂੰ ਇੱਥੋਂ ਹਟਾਇਆ ਜਾਵੇ। ਪਟਿਆਲਾ ਦੀ ਐਸਐਮ ਲੌਜਿਸਟਿਕ ਐਂਡ ਵੇਅਰ ਹਾਊਸਿੰਗ ਕੰਪਨੀ ਦੀ ਅਪੀਲ ਦੀ ਸੁਣਵਾਈ ਦੌਰਾਨ ਜਸਟਿਸ ਲੀਜ਼ਾ ਗਿੱਲ ਨੇ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਕੰਪਨੀ ਨੇ ਪਟੀਸ਼ਨ ਵਿੱਚ ਕਿਹਾ ਹੈ ਕਿ 3 ਕੰਪਨੀਆਂ ਸਾਡੇ ਗੋਦਾਮਾਂ ਦੀ ਵਰਤੋਂ ਕਰ ਰਹੀਆਂ ਨੇ, ਅਡਾਨੀ ਵਿਲਮਾਰ ਕੈਪੀਟਲ ਫੂਡ ਪ੍ਰਾਈਵੇਟ ਲਿਮਟਿਡ ਅਤੇ ਟੈਕਨੋਵਾ ਇਮੇਜਿੰਗ ਸਿਸਟਮ ਪ੍ਰਾਈਵੇਟ ਲਿਮਟਿਡ।
ਇਸ ਕਰਕੇ ਸਾਡਾ ਬਹੁਤ ਨੁਕਸਾਨ ਹੋ ਰਿਹਾ ਹੈ ਤੇ ਕੇਂਦਰ ਵੱਲੋਂ ਲਿਆਂਦੇ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਗੋਦਾਮਾਂ ਮੂਹਰੇ ਦਿੱਤੇ ਜਾ ਰਹੇ ਕਿਸਾਨਾਂ ਦੇ ਧਰਨਿਆਂ ਕਾਰਨ ਕੰਪਨੀਆਂ ਫਰਵਰੀ ਤੋਂ ਗੋਦਾਮ ਦੀ ਵਰਤੋਂ ਹੀ ਨਹੀਂ ਕਰ ਪਾ ਰਹੀਆਂ। ਮੁਕਤਸਰ ਦੇ ਪਿੰਡ ਭਲਾਈਆਣਾ ਕੋਲ ਭਿਆਨਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ। ਇੱਥੇ ਤੇਜ਼ ਰਫ਼ਤਾਰ ਬੇਕਾਬੂ ਕਾਰ ਦਰਖਤ ਦੇ ਨਾਲ ਸਿੱਧੀ ਟੱਕਰ ਦੇ ਵਿੱਚ ਹਾਦਸਾਗ੍ਰਸਤ ਹੋ ਗਈ, ਜਿਸ ਕਾਰਨ ਕਾਰ 'ਚ ਸਵਾਰ 4 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਕਾਰ ਚਾਲਕ ਜ਼ਖਮੀ ਹੋ ਗਿਆ। ਡਰਾਈਵਰ ਨੂੰ ਗਿੱਦੜਬਾਹਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਕਾਰ ਸਵਾਰ ਦਵਾਈ ਲੈਣ ਸੰਗਰੂਰ ਤੋਂ ਮੁਕਤਸਰ ਜਾ ਰਹੇ ਸੀ। ਮ੍ਰਿਤਕਾਂ ਦੇ ਵਿੱਚ ਪਤੀ ਪਤਨੀ, ਭੈਣ ਤੇ ਭਾਣਜਾ ਸ਼ਾਮਲ ਸਨ। ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਤੇ ਆਉਂਦੇ ਪਿੰਡ ਭਲਾਈਆਣਾ ਕੋਲ ਬੇਕਾਬੂ ਕਾਰ ਸਿੱਧੀ ਦਰਖਤ 'ਚ ਜਾ ਵੱਜੀ, ਜਿਹਦੇ ਵਿੱਚ ਪਤੀ ਪਤਨੀ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਇੱਕ 12 ਸਾਲ ਦਾ ਬੱਚਾ ਵੀ ਸ਼ਾਮਲ ਹੈ। ਇਹ 4 ਜਣੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਭੰਮੀਪੁਰ ਤੋਂ ਮੁਕਤਸਰ ਸਾਹਿਬ ਦਵਾਈ ਲੈਣ ਜਾ ਰਹੇ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਮੌਕੇ ਤੇ ਹੀ ਇੱਕ ਸਾਈਡ ਤੋਂ ਟੁੱਟ ਗਈ ਤੇ ਅੱਧੀ ਛੱਤ ਵੀ ਉੱਡ ਗਈ। ਪਿੰਡ ਟੱਲੇਵਾਲ ਦੀ ਸੰਤ ਸੁੰਦਰ ਸਿੰਘ ਅਕਾਲੀ ਅਕੈਡਮੀ ਦੇ ਵਿੱਚ ਲੰਘੀ ਰਾਤ 3 ਚੋਰ ਖੇਤਾਂ ਵਾਲੇ ਪਾਸੇ ਤੋਂ ਅਕੈਡਮੀ ਵਿੱਚ ਕੰਧ ਟੱਪ ਕੇ ਆਏ ਤੇ ਅਕਾਊਂਟੈਂਟ ਦੇ ਕਮਰੇ ਵਿਚਲੀ ਅਲਮਾਰੀ ਤੋੜ ਕੇ 30 ਲੱਖ ਰੁਪਏ ਚੋਰੀ ਕਰਕੇ ਫਰਾਰ ਹੋ ਗਏ। ਵਾਰਦਾਤ ਦਾ ਸਵੇਰੇ ਪਤਾ ਲੱਗਿਆ। ਅਕੈਡਮੀ ਪ੍ਰਬੰਧਕਾਂ ਤੇ ਸਟਾਫ ਨੇ ਸੂਚਨਾ ਪੁਲਿਸ ਨੂੰ ਦੇ ਦਿੱਤੀ। ਬਰਨਾਲਾ ਪੁਲਿਸ ਦੇ ਉੱਚ ਅਧਿਕਾਰੀ ਪਹੁੰਚੇ ਤਾਂ ਪਤਾ ਲੱਗਿਆ ਕਿ ਚੋਰੀ ਹੋਏ 30 ਲੱਖ ਰੁਪਏ ਅਕੈਡਮੀ ਵਿੱਚ ਪੜ੍ਹਦੇ ਬੱਚਿਆਂ ਦੀਆਂ ਫੀਸਾਂ ਦੇ ਸਨ, ਜਿਨ੍ਹਾਂ ਨੂੰ ਬੈਂਕ ਵਿੱਚ ਜਮ੍ਹਾਂ ਕਰਵਾਇਆ ਜਾਣਾ ਸੀ। ਚੋਰੀ ਦੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫਲੈਗਸ਼ਿਪ ਸਕੀਮ ਘਰ ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਇੱਕ ਵੱਡੀ ਭਰਤੀ ਮੁਹਿੰਮ ਤਹਿਤ ਵੱਖ-ਵੱਖ ਮਹਿਕਮਿਆਂ ਦੇ ਵਿੱਚ ਮੌਜੂਦਾ ਪੰਜਾਬ ਸਰਕਾਰ ਨੇ 1318 ਇੰਜੀਨੀਅਰਾਂ ਦੀ ਭਰਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਨਾਲ ਇੰਜੀਨੀਅਰਿੰਗ ਗ੍ਰੈਜੂਏਟ ਦੀ ਪੜ੍ਹਾਈ ਕਰ ਚੁੱਕੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮਿਲਣਗੇ, ਜੋ 2016 ਤੋਂ ਸਰਕਾਰੀ ਨੌਕਰੀ ਦੀ ਉਡੀਕ ਕਰ ਰਹੇ ਨੇ। ਇੰਜੀਨੀਅਰਿੰਗ ਗ੍ਰੈਜੂਏਟਾਂ ਦੀ ਆਖਰੀ ਭਰਤੀ 2016 ਵਿੱਚ ਕੀਤੀ ਗਈ ਸੀ। ਉਸ ਤੋਂ ਬਾਅਦ ਅੱਜ ਤੱਕ ਪੰਜਾਬ ਦੇ ਵਿੱਚ ਇਹਨਾਂ ਦੀ ਭਰਤੀ ਨਹੀਂ ਹੋਈ। ਸਿਰਫ 216 ਅਸਾਮੀਆਂ ਹੀ ਉਸ ਵਕਤ ਭਰੀਆਂ ਗਈਆਂ ਸੀ। ਪੰਜਾਬੀਆਂ ਦੇ ਲਈ ਖੁਸ਼ਖਬਰੀ ਹੈ ਜਿਹੜੇ ਕਿ ਅਮਰੀਕਾ ਜਾਣਾ ਚਾਹੁੰਦੇ ਨੇ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦਾ ਪ੍ਰਸਤਾਵਿਤ ਇਮੀਗ੍ਰੇਸ਼ਨ ਬਿੱਲ ਪਾਸ ਹੋ ਕੇ ਜੇ ਕਾਨੂੰਨ ਬਣ ਗਿਆ ਤਾਂ ਹਰ ਸਾਲ ਜਾਰੀ ਹੋਣ ਵਾਲੇ ਨਵੇਂ ਗ੍ਰੀਨ ਕਾਰਡਾਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੋਏਗਾ। ਅਮਰੀਕਾ ਦੀ ਇਮੀਗ੍ਰੇਸ਼ਨ ਫਰਮ ਬਾਉਂਡਲੈਸ ਵੱਲੋਂ ਕੀਤੇ ਵਿਸ਼ਲੇਸ਼ਣ ਦੇ ਤਹਿਤ ਨਵੇਂ ਪ੍ਰਸਤਾਵਿਤ ਕਾਨੂੰਨ ਮੁਤਾਬਿਕ ਹਰ ਸਾਲ ਜਾਰੀ ਕੀਤੇ ਜਾਣ ਵਾਲੇ ਗ੍ਰੀਨ ਕਾਰਡਾਂ ਦੀ ਗਿਣਤੀ ਵਿੱਚ 35% ਵਾਧਾ ਹੋ ਜਾਏਗਾ। ਜੇ ਇਸ ਨੂੰ ਗਿਣਤੀ ਵਿੱਚ ਤਬਦੀਲ ਕਰੀਏ ਤਾਂ ਹਰ ਸਾਲ 3,75,000 ਨਵੇਂ ਗ੍ਰੀਨ ਕਾਰਡ ਅਮਰੀਕਾ ਵਿੱਚ ਜਾਰੀ ਹੋਇਆ ਕਰਨਗੇ। ਭਾਰਤੀਆਂ ਖਾਸ ਕਰਕੇ ਪੰਜਾਬੀਆਂ ਲਈ ਇਹ ਵੱਡੀ ਖੁਸ਼ਖਬਰੀ ਹੈ, ਕਿਉਂਕਿ ਹਰ ਸਾਲ ਵੱਡੀ ਗਿਣਤੀ ਵਿੱਚ ਪੰਜਾਬੀਆਂ ਸਮੇਤ ਭਾਰਤੀ ਅਮਰੀਕਾ ਦੀ ਪਰਮਾਨੈਂਟ ਰੈਜ਼ੀਡੈਂਸੀ ਯਾਨੀ ਕਿ ਗ੍ਰੀਨ ਕਾਰਡ ਹਾਸਲ ਕਰਦੇ ਨੇ। ਜੇ ਬਿੱਲ ਪਾਸ ਹੋ ਜਾਂਦਾ ਤਾਂ ਉੱਚ ਸਿੱਖਿਆ ਪ੍ਰਾਪਤ 80,000 ਤੋਂ ਵੀ ਵੱਧ ਡਿਗਰੀ ਧਾਰਕਾਂ ਨੂੰ ਗ੍ਰੀਨ ਕਾਰਡ ਮਿਲਿਆ ਕਰੇਗਾ। ਇਹਨਾਂ ਵਿੱਚੋਂ 78,000 ਵਰਕਰ ਪਹਿਲੀ ਤਰਜੀਹ ਵਾਲੇ ਹੋਣਗੇ। ਤਰਨਤਾਰਨ ਦੇ ਪਿੰਡ ਪੰਡੋਰੀ ਰਮਾਣਾ ਦੇ ਨੌਜਵਾਨ ਦੀ ਇੰਗਲੈਂਡ ਵਿੱਚ ਭੇਦ ਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਦਾ ਨਾਮ ਪ੍ਰਭਨੂਰ ਸਿੰਘ ਹੈ। 20 ਦਿਨ ਪਹਿਲਾਂ ਹੀ ਸਟੱਡੀ ਵੀਜ਼ੇ ਤੇ ਇੰਗਲੈਂਡ ਗਿਆ ਸੀ। ਪ੍ਰਭਨੂਰ ਦੀ ਮੌਤ ਦੀ ਖਬਰ ਸੁਣ ਕੇ ਜ਼ਾਹਿਰ ਤੌਰ ਤੇ ਪਰਿਵਾਰ ਡੂੰਘੇ ਸਦਮੇ ਦੇ ਵਿੱਚ ਹੈ, ਕਿਉਂਕਿ ਪ੍ਰਭਨੂਰ 4 ਭੈਣਾਂ ਦਾ ਇਕੱਲਾ ਭਰਾ ਸੀ ਅਤੇ 2 ਏਕੜ ਜ਼ਮੀਨ ਗਹਿਣੇ ਰੱਖ ਕੇ ਪ੍ਰਭਨੂਰ ਨੂੰ ਬਾਹਰ ਪੜ੍ਹਾਈ ਲਈ ਭੇਜਿਆ ਗਿਆ ਸੀ। ਪ੍ਰਭਨੂਰ ਦੀ ਲਾਸ਼ ਇੰਗਲੈਂਡ ਵਿੱਚ ਦਰਖਤ ਨਾਲ ਲਟਕਦੀ ਹੋਈ ਮਿਲੀ। ਪਰਿਵਾਰ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੀ ਲਾਸ਼ ਨੂੰ ਵਾਪਸ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ। ਪ੍ਰਧਾਨ ਮੰਤਰੀ ਦੇ MSP ਨੂੰ ਲੈ ਕੇ ਦਾਅਵਿਆਂ ਦੀ ਪੋਲ ਕਿਸਾਨਾਂ ਨੇ ਖੋਲ੍ਹ ਦਿੱਤੀ ਹੈ। ਹਾੜੀ ਦੀ ਫਸਲ ਦੀ ਖਰੀਦ ਦੇ ਪਹਿਲੇ 15 ਦਿਨਾਂ ਵਿੱਚ ਹੀ ਇਹਨਾਂ ਦਾਅਵਿਆਂ ਦਾ ਪਰਦਾਫਾਸ਼ ਹੋ ਗਿਆ। ਸਰਕਾਰੀ ਵੈਬਸਾਈਟ ਐਗਮਾਰਕ ਨੈਟ ਦੇ ਵੱਲੋਂ ਹਰ ਮੰਡੀ ਦੇ ਵਿੱਚ ਰੋਜ਼ਾਨਾ ਹੋਈ ਖਰੀਦ ਅਤੇ ਉਸ ਦੇ ਮੁੱਲ ਦੇ ਅੰਕੜਿਆਂ ਦੇ ਮੁਤਾਬਿਕ ਸਿਰਫ ਛੋਲਿਆਂ ਦੀ ਫਸਲ ਵਿੱਚ ਹੀ 1 ਮਾਰਚ ਤੋਂ 15 ਮਾਰਚ ਦੌਰਾਨ ਕਿਸਾਨ ਨੂੰ ਆਪਣੀ ਫਸਲ MSP ਤੋਂ ਹੇਠਾਂ ਵੇਚਣ ਕਾਰਨ 140 ਕਰੋੜ ਰੁਪਏ ਦਾ ਘਾਟਾ ਪਿਆ। ਇਸ ਨੂੰ ਲੁੱਟ ਦੱਸਦਿਆਂ ਕਿਸਾਨ ਲੀਡਰਾਂ ਨੇ ਸ਼ੱਕ ਜ਼ਾਹਿਰ ਕੀਤਾ ਕਿ ਜੇਕਰ ਇਹੀ ਭਾਅ ਬਾਜ਼ਾਰ ਵਿੱਚ ਚੱਲਦਾ ਰਿਹਾ ਤੇ ਸਰਕਾਰ ਨੇ ਕੋਈ ਦਖਲ ਨਾ ਦਿੱਤਾ ਤਾਂ ਕੇਵਲ ਛੋਲਿਆਂ ਦੀ ਫਸਲ 'ਚ ਇਸ ਸਾਲ ਕਿਸਾਨ ਦੀ 870 ਕਰੋੜ ਰੁਪਏ ਦੀ ਲੁੱਟ ਹੋਵੇਗੀ। ਇਨ੍ਹਾਂ ਅੰਕੜਿਆਂ ਨੇ ਪ੍ਰਧਾਨ ਮੰਤਰੀ ਦੇ MSP ਦੇ ਵਾਅਦੇ ਦਾ ਪਰਦਾਫਾਸ਼ ਕਰ ਦਿੱਤਾ ਹੈ ਤੇ ਜੈ ਕਿਸਾਨ ਅੰਦੋਲਨ ਨੇ ਰੋਜ਼ਾਨਾ MSP ਲੁੱਟ ਦਾ ਕੈਲਕੂਲੇਟਰ ਸ਼ੁਰੂ ਕਰ ਦਿੱਤਾ ਹੈ ਤੇ ਰੋਜ਼ ਇਸ ਤਹਿਤ ਖੁਲਾਸਾ ਹੋਇਆ ਕਰੇਗਾ ਕਿ MSP ਦੇ ਵਾਅਦੇ ਦਾ ਪਰਦਾਫਾਸ਼ ਕਿਵੇਂ ਹੋ ਰਿਹਾ ਹੈ ਅਤੇ MSP ਤੋਂ ਬਿਨਾਂ ਜਿਹੜੀਆਂ ਫਸਲਾਂ ਖਰੀਦੀਆਂ ਜਾ ਰਹੀਆਂ ਨੇ ਉਹਨਾਂ ਦੇ ਵਿੱਚ ਕਿਸਾਨਾਂ ਦੀ ਕਿੰਨੀ
ਕਰੋੜਾਂ ਦੀ ਲੁੱਟ ਹੋ ਰਹੀ ਹੈ। ਵਾਹਨਾਂ ਦੀ ਆਰਸੀ ਹੁਣ ਮਹਿੰਗੀ ਹੋ ਰਹੀ ਹੈ। ਪਹਿਲਾਂ ਦੇ ਮੁਕਾਬਲੇ 8 ਗੁਣਾ ਫੀਸ ਜ਼ਿਆਦਾ ਭਰਨੀ ਪਏਗੀ। ਕੇਂਦਰੀ ਆਵਾਜਾਈ ਮੰਤਰਾਲੇ ਨੇ ਡਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਵਿੱਚ ਪੁਰਾਣੇ ਵਾਹਨਾਂ ਦੇ ਕੰਮਕਾਜ ਨਾਲ ਜੁੜੀ ਫੀਸ ਵਧਾ ਦਿੱਤੀ ਗਈ ਹੈ। ਇਹ ਰਕਮ ਕੇਂਦਰ ਸਰਕਾਰ ਦੇ ਵਹੀਕਲ ਸਕ੍ਰੈਪੇਜ ਪਾਲਿਸੀ ਤਹਿਤ ਚੁੱਕਿਆ ਗਿਆ। ਇਸ ਤਹਿਤ ਜੇਕਰ ਤੁਹਾਡੇ ਕੋਲ ਵੀ 15 ਸਾਲ ਤੋਂ ਵੱਧ ਪੁਰਾਣੀ ਗੱਡੀ ਹੈ ਤਾਂ ਉਸ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਯਾਨੀ ਕਿ ਆਰਸੀ ਰੀਨਿਊ ਕਰਵਾਉਣ ਲਈ ਤੁਹਾਨੂੰ 5000 ਰੁਪਏ ਤੱਕ ਖਰਚਣੇ ਪੈ ਸਕਦੇ ਨੇ। ਇਸ ਸਾਲ ਅਕਤੂਬਰ ਤੋਂ ਬਾਅਦ ਤੁਹਾਡੇ ਆਰਸੀ ਰੀਨਿਊ ਲਈ ਆਮ ਫੀਸ ਤੋਂ ਕਰੀਬ 8 ਗੁਣਾ ਫੀਸ ਤੁਹਾਨੂੰ ਵੱਧ ਦੇਣੀ ਪੈ ਸਕਦੀ ਹੈ। ਪੁਰਾਣੀ ਬਾਈਕ ਦੀ ਰਜਿਸਟ੍ਰੇਸ਼ਨ ਲਈ 300 ਰੁਪਏ ਦੀ ਬਜਾਏ ਅਕਤੂਬਰ ਤੋਂ ਬਾਅਦ 1000 ਰੁਪਏ ਤੱਕ ਦਾ ਭੁਗਤਾਨ ਕਰਨਾ ਪੈ ਸਕਦਾ ਹੈ। 15 ਸਾਲ ਤੋਂ ਪੁਰਾਣੇ ਕਮਰਸ਼ੀਅਲ ਵਹੀਕਲ ਯਾਨੀ ਕਿ ਬੱਸ ਤੇ ਟਰੱਕ ਦੀ ਫਿਟਨੈਸ ਰੀਨਿਊਅਲ ਸਰਟੀਫਿਕੇਟ ਲਈ ਹੁਣ ਦੇ ਮੁਕਾਬਲੇ 21 ਗੁਣਾ ਜ਼ਿਆਦਾ ਯਾਨੀ ਕਿ 12500 ਰੁਪਏ ਦੇਣੇ ਪੈ ਸਕਦੇ ਨੇ। ਇਸ ਪ੍ਰਪੋਜ਼ਲ ਦੇ ਮੁਤਾਬਿਕ ਨਿੱਜੀ ਵਾਹਨਾਂ ਦੇ ਰਜਿਸਟ੍ਰੇਸ਼ਨ ਨੂੰ ਰੀਨਿਊ ਕਰਵਾਉਣ 'ਚ ਦੇਰੀ ਤੇ ਹਰ ਮਹੀਨੇ 300 ਤੋਂ 500 ਰੁਪਏ ਦੀ ਪੈਨਲਟੀ ਵੀ ਦੇਣੀ ਪੈ ਸਕਦੀ ਹੈ। ਨਾ ਹੀ ਨਹੀਂ, ਕਮਰਸ਼ੀਅਲ ਵਹੀਕਲਸ ਦੇ ਲਈ ਫਿਟਨੈਸ ਸਰਟੀਫਿਕੇਟ ਰੀਨਿਊਅਲ ਦੇ ਵਿੱਚ ਦੇਰੀ ਹੋਣ ਤੇ ਹਰ ਦਿਨ 50 ਰੁਪਏ ਦੀ ਪੈਨਲਟੀ ਦੇਣੀ ਪੈ ਸਕਦੀ ਹੈ। ਫਿਟਨੈਸ ਟੈਸਟ ਦੇ ਵਿੱਚ ਜਿਹੜੇ ਵਾਹਨ ਪਾਸ ਨਹੀਂ ਹੋ ਸਕਣਗੇ ਉਹਨਾਂ ਨੂੰ ਵਹੀਕਲ ਸਕ੍ਰੈਪ ਦੇ ਵਿੱਚ ਪਾਇਆ ਜਾਏਗਾ, ਯਾਨੀ ਕਿ ਉਹਨਾਂ ਵਾਹਨਾਂ ਨੂੰ ਸਕ੍ਰੈਪ ਕੀਤਾ ਜਾਊਗਾ। ਇਸ ਦੇ ਲਈ ਸੜਕ ਆਵਾਜਾਈ ਮੰਤਰਾਲਾ ਇੱਕ ਡਰਾਫਟ ਲੈ ਕੇ ਆ ਰਿਹਾ ਹੈ। ਕੇਂਦਰੀ ਸੜਕ ਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਲੋਕ ਸਭਾ ਦੇ ਵਿੱਚ ਇੱਕ ਹੋਰ ਵੱਡਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਸਰਕਾਰ ਅਗਲੇ 1 ਸਾਲ ਦੇ ਵਿੱਚ ਦੇਸ਼ ਭਰ ਦੇ ਸ਼ਹਿਰਾਂ ਦੇ ਵਿੱਚ ਸਾਰੇ ਟੋਲ ਪਲਾਜ਼ਾ ਖਤਮ ਕਰਨ ਦੀ ਯੋਜਨਾ ਤੇ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਟੈਕਨੋਲੋਜੀ ਦੇ ਰਾਹੀਂ ਟੋਲ ਅਦਾ ਕਰਨਾ ਪਏਗਾ। ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਸ਼ਹਿਰਾਂ ਅੰਦਰ ਟੋਲ ਪਲਾਜ਼ਾ ਜੋ ਬਣਾਏ ਨੇ ਉਹ ਗਲਤ ਨੇ। ਨਿਤਿਨ ਗਡਕਰੀ ਨੇ ਦਾਅਵਾ ਕੀਤਾ ਕਿ ਲੋਕ ਉਨਾ ਹੀ ਟੋਲ ਅਦਾ ਕਰਨਗੇ ਜਿੰਨਾ ਸੜਕਾਂ ਦੇ ਉੱਤੇ ਚੱਲਣਗੇ। ਕੇਂਦਰੀ ਮੰਤਰੀ ਨੇ ਕਿਹਾ ਕਿ ਸ਼ਹਿਰਾਂ ਅੰਦਰ ਟੋਲ ਖਤਮ ਕਰਨ ਦਾ ਮਤਲਬ ਹੈ ਕਿ ਟੋਲ ਪਲਾਜ਼ਾ ਖਤਮ ਹੋਏਗਾ, ਪਰ ਲੋਕਾਂ ਨੂੰ ਟੈਕਨੋਲੋਜੀ ਦੇ ਜ਼ਰੀਏ ਟੋਲ ਭਰਨਾ ਹੀ ਪਵੇਗਾ, ਕਿਉਂਕਿ ਹੁਣ ਸਰਕਾਰ ਅਜਿਹੀ ਟੈਕਨੋਲੋਜੀ ਤੇ ਕੰਮ ਕਰ ਰਹੀ ਹੈ ਜਿਸ ਵਿੱਚ ਜਿੱਥੋਂ ਤੁਸੀਂ ਹਾਈਵੇ ਤੇ ਚੜੋਗੇ ਕੈਮਰਾ ਤੁਹਾਡੀ ਫੋਟੋ GPS ਦੀ ਮਦਦ ਨਾਲ ਲਏਗਾ ਤੇ ਜਿੱਥੇ ਤੁਸੀਂ ਹਾਈਵੇ ਤੋਂ ਉਤਰੋਗੇ ਉੱਥੋਂ ਦੀ ਫੋਟੋ ਲਵੇਗਾ ਤੇ ਇਸ ਤਰ੍ਹਾਂ ਇੱਕੋ ਦੂਰੀ ਦਾ ਟੋਲ ਤੁਹਾਨੂੰ ਅਦਾ ਕਰਨਾ ਪਏਗਾ। ਕਿਸਾਨ ਅੰਦੋਲਨ ਕਰਕੇ ਪੰਜਾਬ ਤੇ ਹਰਿਆਣਾ ਵਿੱਚ ਟੋਲ ਪਲਾਜ਼ਾ ਬੰਦ ਪਏ ਨੇ। ਇਸ ਕਰਕੇ ਸਰਕਾਰ ਅਜਿਹਾ ਸਿਸਟਮ ਲਿਆ ਰਹੀ ਹੈ ਜਿਸ ਨਾਲ ਸੜਕ ਤੇ ਵਾਹਨ ਚੜ੍ਹਦਿਆਂ ਹੀ ਆਪਣੇ ਆਪ ਤੁਹਾਡਾ ਟੋਲ ਟੈਕਸ ਕੱਟਿਆ ਜਾਇਆ ਕਰੇਗਾ। ਬੁਲੇਟਿਨ ਦੇ ਵਿੱਚ ਕੁਝ ਖਾਸ ਖਬਰਾਂ ਪੂਰੇ ਭਾਰਤ ਦੀਆਂ। ਭਾਰਤ ਦੇ 42,000 ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਪੀਣ ਵਾਲੇ ਪਾਣੀ ਦੀ ਸਹੂਲਤ ਹੀ ਨਹੀਂ ਹੈ, ਜਦਕਿ 15,000 ਤੋਂ ਵੱਧ ਸਕੂਲਾਂ ਵਿੱਚ ਪਖਾਨੇ ਹੀ ਨਹੀਂ। ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਰਾਜ ਸਭਾ ਦੇ ਵਿੱਚ ਇਸ ਦੀ ਜਾਣਕਾਰੀ ਦਿੱਤੀ ਹੈ। ਕਿਹਾ ਕਿ ਦੇਸ਼ ਦੇ ਕੁੱਲ 10,83,747 ਸਰਕਾਰੀ ਸਕੂਲਾਂ ਵਿੱਚੋਂ 10,41,327 ਸਰਕਾਰੀ ਸਕੂਲਾਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਸਹੂਲਤ ਹੈ, ਜਦਕਿ 10,68,726 ਸਰਕਾਰੀ ਸਕੂਲਾਂ ਵਿੱਚ ਪਖਾਨੇ ਹਨ। ਬਾਕੀਆਂ ਦੇ ਵਿੱਚ ਨਾ ਪਾਣੀ ਹੈ ਨਾ ਪਖਾਨੇ ਹਨ। ਸੁਪਰੀਮ ਕੋਰਟ ਨੇ ਦਿੱਲੀ ਤੇ ਬੰਬੇ ਹਾਈ ਕੋਰਟ ਵਿੱਚ ਕੋਵਿਡ-19 ਟੀਕਿਆਂ ਸੰਬੰਧੀ ਸੁਣਵਾਈ ਤੇ ਰੋਕ ਲਾ ਦਿੱਤੀ ਹੈ। ਸਰਵਉੱਚ ਅਦਾਲਤ ਨੇ ਸੀਰਮ ਇੰਸਟੀਚਿਊਟ ਅਤੇ ਭਾਰਤ ਬਾਇਓਟੈਕ ਵੱਲੋਂ ਮਾਮਲਿਆਂ ਨੂੰ ਸੁਪਰੀਮ ਕੋਰਟ ਵਿੱਚ ਤਬਦੀਲ ਕਰਨ ਦੀਆਂ ਪਟੀਸ਼ਨਾਂ ਤੇ ਕੇਂਦਰ ਤੇ ਹੋਰਾਂ ਸਰਕਾਰਾਂ ਨੂੰ ਨੋਟਿਸ ਜਾਰੀ ਕੀਤੇ ਨੇ। ਕੇਂਦਰ ਸਰਕਾਰ ਇੱਕ ਪਾਸੇ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਨੂੰ ਰਾਜ਼ੀ ਨਹੀਂ ਹੈ, 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਲਈ ਵੀ ਰਾਜ਼ੀ ਨਹੀਂ ਹੈ, ਪਰ ਦੂਸਰੇ ਪਾਸੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਸੰਸਦ ਨੂੰ ਦੱਸਿਆ ਹੈ ਕਿ ਸਰਕਾਰ ਕੋਲ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਤਹਿਤ ਦਿੱਤੀ ਗਈ ਰਕਮ ਵਧਾਉਣ ਦਾ ਕੋਈ ਪ੍ਰਸਤਾਵ ਨਹੀਂ ਹੈ। ਅਜਿਹੀ ਸਥਿਤੀ ਵਿੱਚ ਪਹਿਲਾਂ ਵਾਂਗ ਹੀ ਕਿਸਾਨਾਂ ਨੂੰ 6,000 ਰੁਪਏ ਪ੍ਰਤੀ ਸਾਲ ਦੀ ਵਿੱਤੀ ਸਹਾਇਤਾ ਦਿੱਤੀ ਜਾਏਗੀ। ਹਾਲਾਂਕਿ ਇਸ ਯੋਜਨਾ ਦਾ ਲਾਭ ਲੈਣ ਲਈ 1 ਦਸੰਬਰ 2019 ਤੋਂ ਆਧਾਰ ਕਾਰਡ ਜ਼ਰੂਰੀ ਕੀਤਾ ਗਿਆ ਹੈ। ਕਿਸਾਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਸਿੱਧੇ ਤੌਰ ਤੇ 2,000 ਰੁਪਏ ਦੀਆਂ 3 ਕਿਸ਼ਤਾਂ ਪੂਰੇ ਸਾਲ ਵਿੱਚ ਭੇਜੀਆਂ ਜਾਂਦੀਆਂ ਨੇ। ਪੱਛਮੀ ਬੰਗਾਲ ਚੋਣਾਂ ਦੀ ਗੱਲ ਕਰ ਲਈਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਪੱਛਮੀ ਬੰਗਾਲ ਦੇ ਵਿੱਚ ਰੈਲੀਆਂ ਕਰ ਰਹੇ ਨੇ। ਮੋਦੀ ਨੇ ਵੀਰਵਾਰ ਨੂੰ ਪਰੂਲੀਆ ਦੇ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ ਹੈ। ਅੱਜ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ TMC ਕਹਿੰਦੀ ਹੈ ਖੇਲਾ ਹੋਵੇ, BJP ਕਹਿੰਦੀ ਹੈ ਵਿਕਾਸ ਹੋਵੇ। ਮੈਂ ਕਹਿੰਦਾ ਹਾਂ ਲੋਕ ਸਭਾ ਦੇ ਵਿੱਚ TMC ਹਾਫ, ਵਿਧਾਨ ਸਭਾ ਦੇ ਵਿੱਚ ਪੂਰੀ ਸਾਫ਼ ਹੋਵੇ। ਪ੍ਰਧਾਨ ਮੰਤਰੀ ਨੇ ਪਰੂਲੀਆ ਦੇ ਵਿੱਚ ਰੈਲੀ ਕੀਤੀ ਤਾਂ ਅਮਲਾ ਸੁਲੀ ਦੇ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰੈਲੀ ਕੀਤੀ। ਪ੍ਰਧਾਨ ਮੰਤਰੀ ਤੇ ਪਲਟਵਾਰ ਕਰਦੇ ਹੋਏ ਮਮਤਾ ਨੇ ਕਿਹਾ ਕਿ ਅਸੀਂ ਤੂਫਾਨ ਤੋਂ ਬਾਅਦ ਲੋਕਾਂ ਨੂੰ ਕਰੋੜਾਂ ਰੁਪਇਆਂ ਦੀ ਮਦਦ ਦਿੱਤੀ ਸੀ। ਜਿਹੜਾ ਅਮਫਾਨ ਤੂਫਾਨ ਆਇਆ ਸੀ ਉਦੋਂ BJP ਕਿੱਥੇ ਸੀ? ਉਹ ਲੋਕ ਲੀਡਰਾਂ ਦੀ ਖਰੀਦੋ ਫਰੋਖਤ ਕਰਨ ਦੇ ਲਈ ਹੀ ਪੈਸਿਆਂ ਦਾ ਇਸਤੇਮਾਲ ਕਰਦੇ ਨੇ, ਲੋਕਾਂ ਤੇ ਪੈਸੇ ਨਹੀਂ ਲਾਉਂਦੇ।
ਤੁਸੀਂ ਲੋਕ ਜਦੋਂ ਖਾਣਾ ਪਕਾਉਂਦੇ ਹੋ ਤਾਂ ਭਾਂਡਿਆਂ ਦਾ ਇਸਤੇਮਾਲ ਕਰਦੇ ਹੋ ਤੇ ਜਦੋਂ ਇਹ ਲੁਟੇਰੇ ਤੁਹਾਡੇ ਕੋਲ ਆਉਣ ਤਾਂ ਇਹਨਾਂ ਨੂੰ ਇਹਨਾਂ ਭਾਂਡਿਆਂ ਨਾਲ ਹੀ ਖਦੇੜੋ ਤੇ ਬੋਲੋ ਕਿ ਅਸੀਂ ਦੰਗੇ ਨਹੀਂ ਚਾਹੁੰਦੇ। ਮਮਤਾ ਨੇ ਇਲਜ਼ਾਮ ਲਾਇਆ ਕਿ ਬੀਜੇਪੀ ਦੰਗੇ ਕਰਾਉਂਦੀ ਹੈ। ਕਿਹਾ ਕਿ ਮੈਂ ਇੱਕ ਸ਼ੇਰ ਵਾਂਗੂ ਹਾਂ ਤੇ ਮੈਂ ਆਪਣਾ ਸਿਰ ਨਹੀਂ ਝੁਕਾਵਾਂਗੀ। ਮੈਂ ਕੇਵਲ ਜਨਤਾ ਦੇ ਸਾਹਮਣੇ ਆਪਣਾ ਸਿਰ ਝੁਕਾਉਂਦੀ ਹਾਂ, ਪਰ ਬੀਜੇਪੀ ਵਰਗੀਆਂ ਪਾਰਟੀਆਂ ਔਰਤਾਂ ਦਲਿਤਾਂ ਤੇ ਅਤਿਆਚਾਰ ਕਰਦੀਆਂ ਨੇ ਤੇ ਮੈਂ ਉਹਨਾਂ ਦਾ ਸਮਰਥਨ ਨਹੀਂ ਕਰਦੀ। ਸਪੈਸ਼ਲ ਨਿਊਜ਼ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।